ਪਰਾਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੱਖ ਸੰਗਤ ਲਵ ਪੁਰੀ ਕੇ ਸਕਲ ਦਰਸ ਕੋ ਆਏ। ਵਹਿਰ ਦੂਰ ਕੇ ਸੁਨਤ ਇਤ ਆਨ ਪਾਏ ਸਮੁਦਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਦਿ ਗੁਰੂ ਜਗਤ ਗੁਰੂ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਕਿ ਜਗਤ ਗੁਰੂ ਗੁਰਦੇਵ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਕਾਰ ਸ਼ਰਧਾ ਸਹਿਤ ਸਰਵਣ ਕਰ ਰਹੇ ਹੋ। ਅੱਜ ਇੱਕ ਮਹਾਨ ਸ਼ਹੀਦ ਦਾ ਦਿਨ ਹੈ ਬਾਬਾ ਮਹਾਰਾਜ ਸਿੰਘ ਜੀ। ਪੂਰੇ ਹਿੰਦੁਸਤਾਨ ਵਿੱਚ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਤਾਂ ਉਹ ਮਹਾਂਪੁਰਖ ਸਨ ਬਾਬਾ ਮਹਾਰਾਜ ਸਿੰਘ ਜੀ। ਅੰਗਰੇਜ਼ ਇੰਨੇ ਘਬਰਾਏ ਕਿ ਇਹਨਾਂ ਨੂੰ ਜਲਾ ਵਤਨ ਕਰਨ ਲਈ ਸਿੰਗਾਪੁਰ ਭੇਜ ਦਿੱਤਾ। ਉੱਥੇ ਬਹੁਤ ਲੰਮਾ ਸਮਾਂ ਜੇਲ੍ਹ ਵਿੱਚ ਬਾਬਾ ਮਹਾਰਾਜ ਸਿੰਘ ਜੀ ਨੇ ਬਤੀਤ ਕੀਤਾ ਔਰ ਖਾਣੇ ਵਿੱਚ ਇਹੋ ਜੀਆਂ ਭੋਜਨ ਦੇ ਵਿੱਚ ਮਿਲਾਵਟਾਂ ਕਰਕੇ ਬਾਬਾ ਮਹਾਰਾਜ ਸਿੰਘ ਜੀ ਨੂੰ ਖਾਣ ਨੂੰ ਦਿੱਤੀਆਂ ਗਈਆਂ ਕਿ ਅਖੀਰ ਨੂੰ ਤਨ ਦੇ ਉੱਤੇ ਕੈਂਸਰ ਦਾ ਰੋਗ ਹੋਇਆ ਔਰ ਉੱਥੇ ਹੀ ਜਲਾਵਤਨੀ ਦੇ ਦੌਰਾਨ ਅੱਜ ਦੇ ਦਿਨ ਬਾਬਾ ਮਹਾਰਾਜ ਸਿੰਘ ਜੀ ਸ਼ਹਾਦਤ ਨੂੰ ਪ੍ਰਾਪਤ ਹੋ ਗਏ। ਪਰ ਅੰਗਰੇਜ਼ਾਂ ਦੀ ਨਹੀਂ ਮੰਨੀ। ਅੱਜ ਵੀ ਸਿੰਗਾਪੁਰ ਵਿਖੇ ਬਾਬਾ ਮਹਾਰਾਜ ਸਿੰਘ ਜੀ ਦਾ ਸਥਾਨ ਸੁਸ਼ੋਭਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਸੰਗਤਾਂ ਦਰਸ਼ਨ ਕਰਦੀਆਂ। ਦੇਸ਼ ਦੀ ਆਜ਼ਾਦੀ ਵਾਸਤੇ ਜਲਾਵਤਨੀ ਕੱਟਣ ਵਾਲੇ ਸਭ ਤੋਂ ਪਹਿਲੇ ਮਹਾਂਪੁਰਖ ਗੁਰਸਿੱਖ ਸਨ ਬਾਬਾ ਮਹਾਰਾਜ ਸਿੰਘ ਜੀ। ਐਸੇ ਮਹਾਨ ਤਤਵੇਤਾ ਮਹਾਂਪੁਰਖ ਬਾਬਾ ਮਹਾਰਾਜ ਸਿੰਘ ਜੀ ਦੀ ਪਵਿੱਤਰ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਲੜੀਵਾਰ ਕਥਾ ਗੁਰ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ ਹੋ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਲਾਹੌਰ ਸ਼ਹਿਰ ਪਹੁੰਚੇ ਨੇ। ਭਾਈ ਸੱਧੂ ਜੀ ਦੇ ਘਰ ਚਰਨ ਪਾ ਕੇ ਤਿਨਾਂ ਨੂੰ ਕਿਰਤਾਰਥ ਕੀਤਾ। ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤਰੇ ਬਾਬਾ ਅਰਥਮਲ ਜੀ ਜੋ ਬਾਬਾ ਮੋਹਰੀ ਜੀ ਦੇ ਸਾਹਿਬਜ਼ਾਦੇ ਸਨ, ਗੁਰਦੇਵ ਦੇ ਸੱਦੇ ਅਨੁਸਾਰ ਲਾਹੌਰ ਆ ਕੇ ਸਤਿਗੁਰਾਂ ਨੂੰ ਮਿਲੇ ਨੇ।
ਬਾਬਾ ਅਰਥਮਲ ਜੀ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸਾਰਾ ਆਉਣ ਵਾਲੇ ਸਮੇਂ ਦਾ ਵਰਤਾਰਾ ਦੱਸਿਆ ਹੈ ਕਿ ਅਸੀਂ ਹੁਣ ਸ਼ਹਾਦਤ ਦਾ ਜਾਮ ਪ੍ਰਾਪਤ ਕਰਨਾ ਹੈ। ਤੁਸੀਂ ਵਾਪਸ ਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਾਰੀ ਸੰਗਤ ਵਿੱਚ ਪ੍ਰਗਟ ਕਰਨਾ ਹੈ। ਬਾਬਾ ਅਰਥਮਲ ਜੀ ਦੇ ਸਮੇਤ ਜਿੰਨੀ ਸੰਗਤ ਹੈ ਸਭ ਇੱਕਦਮ ਹੈਰਾਨ ਹੋਏ। ਮਹਾਰਾਜ ਜੀ ਅਸੀਂ ਕੋਈ ਨਾ ਕੋਈ ਵਿਧੀ ਤਰੀਕਾ ਅਪਣਾ ਲੈਂਦੇ ਹਾਂ, ਬਾਦਸ਼ਾਹ ਨਾਲ ਗੱਲਬਾਤ ਕਰਾਂਗੇ। ਗੁਰਦੇਵ ਜਾਣਦੇ ਸਨ ਕਿ ਚੰਦੂ ਨੇ ਖੋਟੀ ਬਿਰਤੀ ਧਾਰਨ ਕੀਤੀ ਹੋਈ ਹੈ, ਉਹਨੇ ਆਪਣੀ ਆਦਤ ਤੋਂ ਬਾਅਦ ਨਹੀਂ ਆਉਣਾ। ਨਾਲੇ ਸਾਡੀ ਖੇਡ ਹੈ, ਰੱਬ ਦੀ ਰਜ਼ਾ ਵਿੱਚ ਚੱਲਦਿਆਂ ਹੋਇਆ ਅਸੀਂ ਇਹ ਤਨ ਤੁਰਕਾਂ ਦੇ ਸਿਰ ਤੇ ਭੰਨਣਾ ਹੈ ਤਾਂ ਜੋ ਇਹਨਾਂ ਮਲੇਛਾਂ ਦਾ ਪਾਪ ਦਾ ਘੜਾ ਭਰ ਜਾਏ, ਇਹ ਰਾਜ ਤੋਂ ਬਾਅਦ ਨਰਕ ਦੇ ਗਾਮੀ ਹੋਣ, ਕਿਉਂਕਿ ਤਪੋ ਰਾਜ ਰਾਜੋ ਨਰਕ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਰਾਜ ਦਿੱਤਾ ਹੈ, ਅਸੀਂ ਆਪਣਾ ਸਿਰ ਦੇ ਕੇ ਇਹਨਾਂ ਕੋਲ ਰਾਜ ਖੋਣਾ। ਸਾਡੇ ਤੋਂ ਸ਼ੁਰੂਆਤ ਹੋਣੀ ਹੈ। ਫਿਰ ਨੌਵੇਂ ਪਾਤਸ਼ਾਹ ਜੀ ਨੇ ਸੀਸ ਦਿੱਤਾ, ਚਾਰੇ ਸਾਹਿਬਜ਼ਾਦਿਆਂ ਦੇ ਸੀਸ, ਮਾਤਾ ਗੁਜਰੀ ਜੀ ਦਾ ਸੀਸ। ਇਸੇ ਤਰ੍ਹਾਂ ਖੁਦ ਕਲਗੀਧਰ ਜੀ ਨੇ ਵੀ ਅੰਤ ਨੂੰ ਆਪਣੇ ਤਨ ਤੇ ਇਹਨਾਂ ਜਰਵਾਣਿਆਂ ਵੱਲੋਂ ਚਲਾਏ ਸ਼ਸਤਰਾਂ ਦੇ ਵਾਰ ਝੱਲੇ ਔਰ ਆਪਣੇ ਸੀਸ ਦੇ ਕਰਕੇ ਇਹਨਾਂ ਤੁਰਕਾਂ ਕੋਲੋਂ ਰਾਜ ਵਾਪਸ ਖੋਇਆ ਹੈ। ਸ਼ੁਰੂਆਤ ਪੰਜਵੇਂ ਗੁਰਦੇਵ ਨੇ ਕੀਤੀ ਹੈ, ਤਦੇ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਆਓ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੱਖ ਸੰਗਤ ਲਵਪੁਰੀ ਕੇ ਸਕਲ ਦਰਸ ਕੋ ਆਏ। ਲਾਹੌਰ ਸ਼ਹਿਰ ਦੀਆਂ ਜਿਤਨੀਆਂ ਸਿੱਖ ਸੰਗਤਾਂ ਜਦੋਂ ਸਭ ਨੂੰ ਖਬਰ ਹੋਈ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਸ਼ਹਿਰ ਭਾਈ ਸੱਧੂ ਦੇ ਘਰ ਆਏ ਹਨ, ਇਹ ਸੁਣਦਿਆਂ ਬੇਅੰਤ ਸੰਗਤਾਂ ਜੋ ਲਾਹੌਰ ਸ਼ਹਿਰ ਦੇ ਵਸਨੀਕ ਸਨ ਸਭ ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਹਨ। ਵਹਿਰ ਦੂਰ ਕੇ ਸੁਨਤ ਇਤ ਆਨ ਪਏ ਸਮੁਦਾਏ। ਚਾਹੇ ਲਾਹੌਰ ਸ਼ਹਿਰ ਦੇ ਸਿੱਖ ਨੇ, ਚਾਹੇ ਬਾਹਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਜਿਨ੍ਹਾਂ ਨੂੰ ਖਬਰ ਹੁੰਦੀ ਹੈ ਕਿ ਸਤਿਗੁਰੂ ਜੀ ਲਾਹੌਰ ਬਿਰਾਜਮਾਨ ਨੇ, ਜਿਹੜੀ ਸੰਗਤ ਦਰਬਾਰ ਸਾਹਿਬ ਜਾ ਰਹੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਉਹ ਇੱਥੇ ਹੀ ਰੁਕ ਗਏ ਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਗੁਰਦੇਵ ਦੇ ਚਰਨਾਂ 'ਚ ਸੰਗਤਾਂ ਹਾਜ਼ਰ ਹੋਣ ਲੱਗੀਆਂ, ਮਹਾਰਾਜ ਜੀ ਦੇ ਦਰਸ਼ਨ ਕਰਨ ਲੱਗੀਆਂ। ਸਵਈਆ ਚੰਦ ਆਨ ਉਪਾਇਨ ਅਰਪੇ ਦਰਸੇ। ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਗੁਰੂ ਚਰਨਾਂ 'ਚ ਸੰਗਤਾਂ ਅਰਪਦੀਆਂ ਨੇ, ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਦੀਆਂ ਹਨ। ਭੇਟਾ ਅਰਪਣ ਦਾ ਮਤਲਬ ਗੁਰੂ ਖਾਲਸਾ ਜੀ ਹੁੰਦਾ ਹੈ, ਗੁਰੂ ਅੱਗੇ ਆਪਣਾ ਭਾਵ ਆਪਣਾ ਪ੍ਰੇਮ ਅਰਪਣ ਕਰਨਾ। ਗੁਰਦੇਵ ਕਿਸੇ ਭੇਟਾ ਦੇ ਧਨ ਦੇ ਭੁੱਖੇ ਨਹੀਂ, ਉਸ ਭੇਟਾ ਨਾਲ ਜਿਹੜੀ ਸਾਡੀ ਭਾਵਨਾ ਤੇ ਪ੍ਰੇਮ ਜੁੜਿਆ ਹੁੰਦਾ ਪਾਤਸ਼ਾਹ ਉਹਦੇ ਭੁੱਖੇ ਹਨ। ਤੋ ਪ੍ਰੇਮ ਸਹਿਤ ਆ ਕੇ ਗੁਰੂ ਕੇ ਸਿੱਖ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਗੁਰੂ ਚਰਨਾਂ 'ਚ ਅਰਪਣ ਕਰਦੇ ਨੇ, ਨਾਲ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ। ਵੱਡੇ ਭਾਗ ਸੁਨ ਸੁਨ ਉਪਦੇਸ਼। ਵੱਡਿਆਂ ਭਾਗਾਂ ਵਾਲੇ ਸਿੱਖ ਨੇ ਜਿਹੜੇ ਸਤਿਗੁਰੂ ਜੀ ਦੇ ਪਾਸੋਂ ਉਪਦੇਸ਼ ਸੁਣਦੇ ਨੇ। ਮਹਾਰਾਜ ਪੰਚਮ ਪਾਤਸ਼ਾਹ ਜੀ ਦੇ ਮੁਖਾਰਬਿੰਦ ਚੋਂ ਉਚਾਰਨ ਕੀਤਾ ਪਾਵਨ ਉਪਦੇਸ਼ ਸੁਣਦੇ ਹਨ। ਸਤਨਾਮ ਕੀ ਉਰਲਿਵ ਲਾਗੇ। ਜਿਹੜਾ ਵੀ ਕੋਈ ਮਾਈ ਭਾਈ ਸਤਿਗੁਰੂ ਜੀ ਦਾ ਉਪਦੇਸ਼ ਸੁਣਦਾ ਹੈ, ਸੁਣ ਕੇ ਉਹਦੇ ਮਨ 'ਚ ਵਾਹਿਗੁਰੂ 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 ਦੇ ਅੰਮ੍ਰਿਤ ਨਾਮ ਨਾਲ ਲਿਵ ਲੱਗ ਜਾਂਦੀ ਹੈ। ਗੁਰਦੇਵ ਦੇ ਬਚਨ ਸੁਣਦੇ ਹੀ ਮਨ 'ਚ ਸਤਿਗੁਰੂ ਜੀ ਦੇ ਮੰਤਰ ਨਾਲ, ਗੁਰ ਮੰਤਰ ਦੇ ਨਾਲ ਲਿਵ ਲੱਗ ਜਾਂਦੀ ਹੈ। ਖਾਲਸਾ ਜੀ ਕੋਈ ਮਹਾਂਪੁਰਖ ਕੋਈ ਮਹਾਤਮਾ ਸਾਨੂੰ ਨਾਮ ਜਪਣ ਦਾ ਉਪਦੇਸ਼ ਦਿੰਦਾ ਨਾ, ਜਦੋਂ ਕਹਿੰਦਾ ਹੁੰਦਾ ਕੋਈ ਮਹਾਂਪੁਰਖ ਕੋਈ ਮਹਾਤਮਾ ਕਿ ਭਾਈ ਨਾਮ ਜਪਿਆ ਕਰੋ, ਨਾਮ ਦੀ ਮਹਿਮਾ ਵੱਡੀ ਹੈ, ਤੇ ਬਦੋ ਬਦੀ ਸਾਡੇ ਹਿਰਦੇ 'ਚ ਨਾਮ ਦੀ ਰੌਂ ਚੱਲ ਪੈਂਦੀ ਹੈ। ਜਦੋਂ ਸਤਿਗੁਰੂ ਜੀ ਉਪਦੇਸ਼ ਦਿੰਦੇ ਹੋਣਗੇ ਸਿੱਖਾਂ ਨੂੰ ਵੀ ਨਾਮ ਜਪੋ,
ਤੇ ਸੁਣਨ ਵਾਲਿਆਂ ਦੀ ਕਿਵੇਂ ਲਿਵ ਲੱਗਦੀ ਹੋਵੇਗੀ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਜਿਹੜਾ ਵੀ ਗੁਰਦੇਵ ਦਾ ਉਪਦੇਸ਼ ਸੁਣਦਾ, ਨਾਮ ਜਪਣ ਦਾ, ਉਸੇ ਵੇਲੇ ਉਹਦੇ ਅੰਦਰ ਨਾਮ ਪ੍ਰਤੀ ਲਿਵ ਲੱਗ ਜਾਂਦੀ ਹੈ। ਲਿਵ ਦਾ ਮਤਲਬ ਹੁੰਦਾ ਸੁਰਤ ਦਾ ਜੁੜ ਜਾਣਾ। ਇੱਕ ਰਸ ਤੇਲ ਦੀ ਧਾਰਾਵਤ ਸੁਰਤ ਦਾ ਜੁੜ ਜਾਣਾ। ਏਦਾਂ ਗੁਰਸਿੱਖਾਂ ਦੀ ਨਾਮ ਦੇ ਵਿੱਚ ਲਿਵ ਲੱਗ ਜਾਂਦੀ ਹੈ। ਜਨਮ ਜਨਮ ਕੇ ਕਟੇ ਕਲੇਸ਼, ਜਨਮਾਂ ਜਨਮਾਂਤਰਾਂ ਦੇ ਉਹਨਾਂ ਦੇ ਕਲੇਸ਼ ਕੱਟੇ ਜਾਂਦੇ ਨੇ ਜਦੋਂ ਨਾਮ ਜਪਦੇ ਨੇ ਗੁਰਸਿੱਖ। ਨਾਮ ਦੀ ਕਮਾਈ ਕਰਦੇ ਨੇ, ਗੁਰਦੇਵ ਦਾ ਉਪਦੇਸ਼ ਸੁਣਦੇ ਨੇ, ਤੋ ਜਨਮ ਜਨਮਾਂਤਰਾਂ ਦੇ ਕਲੇਸ਼ ਮਿਟ ਜਾਂਦੇ ਹਨ ਸਿੱਖਾਂ ਦੇ। ਸੁਖ ਅਤੋਲ ਕੋ ਪਾਏ ਨਾ ਡੋਲੇ, ਅਤੋਲਵਾਂ ਸੁਖ ਪ੍ਰਾਪਤ ਹੁੰਦਾ ਹੈ। ਜਿਸ ਸੁਖ ਨੂੰ ਪ੍ਰਾਪਤ ਕਰਕੇ ਗੁਰਸਿੱਖ ਫਿਰ ਕਦੇ ਡੋਲਦੇ ਨਹੀਂ ਹਨ, ਡਾਵਾਂ ਡੋਲ ਨਹੀਂ ਹੁੰਦੇ। ਗੁਰਦੇਵ ਦਾ ਬਚਨ ਹੈ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ, ਡਿਗਾ ਨਾ ਡੋਲਾ, ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਜਦੋਂ ਸਤਿਗੁਰੂ ਜੀ ਅੰਮ੍ਰਿਤ ਨਾਮ ਦੀ ਦਾਤ ਬਖਸ਼ਦੇ ਆ ਸਿੱਖ ਨੂੰ, ਉਸ ਅੰਮ੍ਰਿਤ ਨਾਮ ਨੂੰ ਜਦੋਂ ਗੁਰਸਿੱਖ ਆਪਣੇ ਹਿਰਦੇ 'ਚ ਧਾਰਨ ਕਰਦਾ ਹੈ, ਫਿਰ ਉਹ ਗੁਰਸਿੱਖ ਡਿੱਗਦਾ ਨਹੀਂ, ਫਿਰ ਉਹ ਗੁਰਸਿੱਖ ਡੋਲਦਾ ਨਹੀਂ, ਉਹ ਸੰਪੂਰਨ ਰੂਪ ਵਿੱਚ ਸਰਬ ਵਾਸ਼ਨਾਵਾਂ ਤੋਂ ਤ੍ਰਿਪਤ ਹੋ ਜਾਂਦਾ ਹੈ। ਡਿਗਾ ਨਾ ਡੋਲਾ, ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਐਸੀ ਅਵਸਥਾ ਨੂੰ ਗੁਰਸਿੱਖ ਪ੍ਰਾਪਤ ਹੋ ਜਾਂਦੇ ਹਨ। ਅੰਤਰ ਮਨ ਕੇ ਥਿਰੇ ਵਿਸ਼ੇਸ਼, ਔਰ ਉਹਨਾਂ ਦੀ ਬਿਰਤੀ ਅੰਤਰਮੁਖੀ ਹੋ ਜਾਂਦੀ ਹੈ। ਜਦੋਂ ਬਿਰਤੀ ਅੰਤਰਮੁਖੀ ਹੁੰਦੀ ਹੈ ਨਾ, ਫਿਰ ਮਨ ਟਿਕਣਾ ਸ਼ੁਰੂ ਹੋ ਜਾਂਦਾ। ਜਦੋਂ ਤੱਕ ਬਿਰਤੀ ਬਾਹਰ ਮੁਖੀ ਆ, ਮਨ ਭਜਦਾ ਨੱਠਦਾ। ਜਿਵੇਂ ਜਿਵੇਂ ਬਿਰਤੀ ਅੰਤਰਮੁਖੀ ਹੋਣ ਲੱਗ ਪਏ ਤੇ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ। ਤੋ ਏਦਾਂ ਗੁਰਸਿੱਖ ਆਪਣੇ ਅੰਤਰਮੁਖੀ ਬਿਰਤੀ ਕਰਕੇ ਆਪਣੇ ਮਨ ਨੂੰ ਟਿਕਾਉਂਦੇ ਹਨ। ਧੰਨ ਧੰਨ ਸ਼੍ਰੀ ਅਰਜਨ ਸਤਿਗੁਰ, ਔਰ ਰਸਨਾ ਤੋਂ ਕਹਿੰਦੇ ਆ ਸਿੱਖ, ਧੰਨ ਹਨ ਗੁਰੂ ਅਰਜਨ ਦੇਵ ਸਤਿਗੁਰੂ ਜੀ। ਧੰਨ ਹੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਤੁਸੀਂ ਧੰਨ ਹੋ। ਪ੍ਰਭੂ ਅਵਤਾਰ ਭਗਤ ਕੇ ਬੇਸ, ਪ੍ਰਭੂ ਨੇ ਅਵਤਾਰ ਧਾਰਿਆ ਗੁਰੂ ਅਰਜਨ ਦੇਵ ਸਾਹਿਬ ਦੇ ਰੂਪ 'ਚ, ਪਰ ਭਗਤੀ ਦੇ ਰੂਪ ਵਿੱਚ। ਭਗਤ ਬਣ ਕੇ ਪ੍ਰਗਟ ਹੋਏ ਹਨ ਰੱਬੀ, ਪਰ ਰੱਬ ਬਣ ਕੇ ਨਹੀਂ ਪ੍ਰਗਟ ਹੋਏ, ਰੱਬ ਦੇ ਦਾਸ ਬਣ ਕੇ ਪ੍ਰਗਟ ਹੋਏ। ਭਗਤ ਰੂਪ ਹੋ ਕੇ ਸੰਸਾਰ 'ਚ ਪ੍ਰਗਟ ਹੋਏ ਹਨ। ਸਿੱਖਨ ਕੋ ਸਮੁਦਾਇ ਪਇਓ ਬੋ, ਬਹੁਤ ਸਾਰੇ ਸਿੱਖਾਂ ਦਾ ਸਮੁਦਾਇ, ਸਿੱਖਾਂ ਦਾ ਇਕੱਠ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਾਹੌਰ ਸ਼ਹਿਰ ਦੀ ਧਰਤੀ ਤੇ ਹੋਇਆ ਹੈ। ਸਤ ਸੰਗਤ ਮਿਲ ਕਰੇ ਆਨੰਦ, ਸਤ ਸੰਗਤ ਹੁੰਦੀ ਹੈ, ਦੋਵੇਂ ਵੇਲੇ ਕਥਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਮਹਾਰਾਜ ਜੀ ਦੇ ਬਚਨ ਬਿਲਾਸ ਸੰਗਤ ਸੁਣਦੀ ਹੈ। ਇਕ ਆਵਤ ਇਕ ਜਾਤ ਚਲੇ ਨਰ, ਸੰਗਤਾਂ ਮਹਾਰਾਜ ਜੀ ਦੇ ਚਰਨਾਂ 'ਚ ਇੱਕ ਆ ਰਹੀਆਂ ਨੇ, ਇੱਕ ਜਾ ਰਹੀਆਂ ਨੇ। ਏਦਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਸਾਰਾ ਦਿਨ। ਕੁਝ ਆ ਰਹੇ ਨੇ ਦਰਸ਼ਨ ਕਰਨ ਨੂੰ, ਕੁਝ ਦਰਸ਼ਨ ਕਰਕੇ ਜਾ ਰਹੇ ਹਨ। ਏਕ ਨਿਕਟ ਰਹਿ ਕੁਮਤ ਨਿਕੰਦ, ਕਈ ਆਉਂਦੇ ਤੇ ਜਾਣ ਨੂੰ ਛੇਤੀ ਨਹੀਂ ਕਰਦਾ। ਉਹ ਮਹਾਰਾਜ ਜੀ ਦੇ ਚਰਨਾਂ 'ਚ ਹੀ ਰਹਿ ਕੇ ਸਤਿਗੁਰਾਂ ਦੇ ਬਚਨ ਸੁਣਦੇ ਨੇ, ਗੁਰਦੇਵ ਦੇ ਦਰਸ਼ਨ ਕਰਕੇ ਆਪਣੀ ਭੈੜੀ ਤੇ ਖੋਟੀ ਮਤ ਨੂੰ ਤਿਆਗਦੇ ਹਨ। ਗਾਏ ਰਬਾਬੀ ਬੜੀ ਰਾਤ ਤੇ, ਬੜੀ ਰਾਤ ਦਾ ਮਤਲਬ ਹੁੰਦਾ ਵੀ ਅੰਮ੍ਰਿਤ ਵੇਲੇ ਤੋਂ ਹੀ ਮਹਾਰਾਜ ਜੀ ਦੇ ਦਰਬਾਰ ਸਜ ਜਾਂਦੇ ਆ। ਔਰ ਜਿਹੜੇ ਰਬਾਬੀ ਸਿੱਖ ਨੇ ਉਹ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਕੀਰਤਨ ਕਰਦੇ ਹਨ। ਬੜੇ ਪ੍ਰੇਮ ਨਾਲ ਕੀਰਤਨ ਗਾਇਨ ਕਰਦੇ, ਭਾਈ ਬਾਬਕ ਜੀ ਵਰਗੇ ਕੀਰਤਨੀਏ। ਸੁਨੇ ਸਿੱਖ ਉਰ ਪ੍ਰੇਮ ਬਿਲੰਦ, ਔਰ ਗੁਰੂ ਕੇ ਸਿੱਖ ਗੁਰਬਾਣੀ ਦਾ ਕੀਰਤਨ ਸੁਣਦੇ ਹਨ। ਸੁਣਦਿਆਂ ਸੁਣਦਿਆਂ ਕੀਰਤਨ ਤਿਨਾਂ ਦੇ ਹਿਰਦਿਆਂ 'ਚ ਗੁਰਦੇਵ ਦਾ ਪ੍ਰੇਮ ਜਾਗਦਾ ਹੈ। ਕੀਰਤਨ ਖਾਲਸਾ ਜੀ ਪ੍ਰੇਮ ਜਗਾਉਂਦਾ ਹਿਰਦੇ 'ਚ। ਕਥਾ ਜਿਹੜੀ ਆ ਸਤਿਗੁਰਾਂ ਦੀ, ਇਹ ਪ੍ਰੇਮ ਜਗਾਉਂਦੀ ਆ ਹਿਰਦੇ 'ਚ। ਕੀਰਤਨ ਤੇ ਕਥਾ ਦੋਵੇਂ ਪ੍ਰੇਮ ਕਰਕੇ ਹੀ ਸ਼ੋਭਦੇ ਐ। ਤੋ ਪ੍ਰੇਮ ਪੈਦਾ ਹੁੰਦਾ ਕੀਰਤਨ ਦੁਆਰਾ, ਪ੍ਰੇਮ ਪੈਦਾ ਹੁੰਦਾ ਕਥਾ ਦੁਆਰਾ। ਤੋ ਬਹੁਤ ਪ੍ਰੇਮ ਨਾਲ ਗੁਰਸਿੱਖ ਆ ਕੇ ਗੁਰਦੇਵ ਦੇ ਦਰਬਾਰ 'ਚ ਕੀਰਤਨ ਸੁਣਦੇ ਹਨ। ਔਰ ਕਥਾ ਸੁਣਦਿਆਂ ਤਿਨਾਂ ਦੇ ਹਿਰਦਿਆਂ 'ਚ ਗੁਰਦੇਵ ਦਾ ਪ੍ਰੇਮ ਜਾਗਦਾ ਹੈ। ਬਾਣੀ ਪਟੇ ਕੰਠ ਕੋ ਧਾਰੇ, ਗੁਰਬਾਣੀ ਪੜ੍ਹਦੇ ਨੇ ਗੁਰਸਿੱਖ ਕੰਠ ਕਰਕੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਹ ਬਚਨ ਬਾਰ-ਬਾਰ ਇੱਥੇ ਕੋਡ ਕਰਦੇ ਆ ਵੀ ਕੰਠ ਕਰਕੇ ਗੁਰਬਾਣੀ ਪੜ੍ਹਦੇ ਆ ਸਿੱਖ। ਕੰਠ ਕਰਕੇ ਦਾ ਮਤਲਬ ਹੁੰਦਾ ਜ਼ੁਬਾਨੀ ਯਾਦ ਕਰਕੇ ਗੁਰਬਾਣੀ ਨੂੰ ਫਿਰ ਪੜ੍ਹਦੇ। ਗੁਰਬਾਣੀ ਕੰਠ ਕਰ ਕਰਕੇ ਖਾਲਸਾ ਜੀ ਸਹਿਜੇ ਸਹਿਜੇ
ਇੱਕੋ ਦਿਨ ਤਾਂ ਨਹੀਂ ਨਾ ਬਹੁਤ ਬਾਣੀ ਯਾਦ ਹੁੰਦੀ। ਸਹਿਜੇ ਸਹਿਜੇ ਗੁਰਬਾਣੀ ਕੰਠ ਕਰਨ ਦੀ ਬਿਰਤੀ ਗੁਰਸਿੱਖ ਅੰਦਰ ਹੋਣੀ ਚਾਹੀਏ। ਇੱਕ ਇੱਕ ਪੰਕਤੀ, ਦੋ ਦੋ ਪੰਕਤੀਆਂ ਕਰਕੇ। ਕੂਕਿਆਂ ਵਿੱਚ ਬੜੇ ਮਹਾਂਪੁਰਖ ਹੋਏ ਬਾਬਾ ਰਾਮ ਸਿੰਘ ਜੀ ਨਾਮਧਾਰੀ। ਬਾਬਾ ਰਾਮ ਸਿੰਘ ਜੀ ਜਦੋਂ ਜਲਾਵਤਨੀ ਵਿੱਚ ਸੀ ਤਾਂ ਉਸ ਵੇਲੇ ਉਹਨਾਂ ਨੇ ਆਪਣੇ ਇੱਕ ਸੇਵਾਦਾਰ ਨੂੰ ਚਿੱਠੀ ਲਿਖ ਕੇ ਭੇਜੀ। ਉਹਨੇ ਕਿਹਾ ਸੀ, ਬਾਬਾ ਜੀ ਤੁਸੀਂ ਕਹਿੰਦੇ ਹੋ ਬਾਣੀ ਕੰਠ ਕਰਿਆ ਕਰੋ, ਮੇਰੇ ਕੋਲੋਂ ਤਾਂ ਹੁੰਦੀ ਨਹੀਂ ਕੰਠ, ਮੈਂ ਯਤਨ ਕਰਦਾ। ਤੇ ਬਾਬਾ ਰਾਮ ਸਿੰਘ ਜੀ ਨੇ ਲਿਖ ਕੇ ਭੇਜਿਆ, ਕਹਿਣ ਲੱਗੇ, ਸਿੰਘਾ ਤੂੰ ਕਹਿੰਦਾ ਬਾਣੀ ਨਹੀਂ ਕੰਠ ਹੁੰਦੀ, ਜੇ ਇੱਕ ਇੱਕ ਪੰਕਤੀ ਵੀ ਰੋਜ਼ ਯਾਦ ਕਰੇ, ਇੱਕ ਪੰਕਤੀ ਸੰਤ ਜਨਾ ਮਿਲ ਹਰ ਜਸ ਗਾਇਓ, ਇੱਕ ਯਾਦ ਕਰ ਲਈ, ਅਗਲੇ ਦਿਨ ਦੂਜੀ ਯਾਦ ਕਰ ਲਵੇਂ, ਕੋਟ ਜਨਮ ਕੇ ਦੁੱਖ ਗਵਾਇਓ। ਤੇ ਕਹਿੰਦੇ ਇੱਕ ਇੱਕ ਪੰਕਤੀ ਕਰਕੇ ਰੋਜ਼ ਯਾਦ ਕਰੇ ਤੇ ਮਹੀਨੇ 'ਚ 30 ਪੰਕਤੀਆਂ ਯਾਦ ਹੋ ਜਾਣ ਤੇ ਸਾਲ ਵਿੱਚ ਤੂੰ ਆਪੇ ਅੰਦਾਜ਼ਾ ਲਾ ਲੈ ਵੀ ਕਿੰਨੀ ਬਾਣੀ ਯਾਦ ਹੋ ਜਾਏ, ਕਿੰਨੀ ਬਾਣੀ ਕੰਠ ਹੋ ਜਾਏ ਜੇ ਇੱਕ ਇੱਕ ਪੰਕਤੀ ਕਰਕੇ ਵੀ ਚੇਤੇ ਕਰੇ। ਤੋ ਗੁਰਬਾਣੀ ਕੰਠ ਕਰਨ ਦਾ ਸਾਰੇ ਮਹਾਂਪੁਰਖਾਂ ਨੇ ਜ਼ੋਰ ਲਾਇਆ, ਹੁਕਮ ਕੀਤਾ, ਬਾਣੀ ਕੰਠ ਸਦਾ ਵੈਕੁੰਠ। ਫਿਰ ਏਦਾਂ ਵੀ ਬਚਨ ਕਰਦੇ, ਬਾਣੀ ਕੰਠ ਪੈਸਾ ਗੰਠ। ਜੇਬ 'ਚ ਪੈਸੇ ਹੋਣ, ਤੁਸੀਂ ਜਿੱਥੇ ਮਰਜ਼ੀ ਫਿਰਦੇ ਹੋਵੋ, ਭੁੱਖ ਲੱਗੇ ਲੈ ਕੇ ਕੁਝ ਛਕ ਸਕਦੇ ਹੋ। ਜੇ ਜੇਬ ਵੀ ਖਾਲੀ ਹੋਵੇ ਤੇ ਉਧਰ ਕੋਈ ਲੰਗਰ ਵੀ ਨਾ ਲੱਗਾ ਹੋਵੇ ਤੇ ਫਿਰ ਕਿਵੇਂ ਬਣੇ ਗੱਲ। ਬਾਣੀ ਕੰਠ ਹੋਵੇਗੀ, ਜਿੱਥੇ ਮਰਜ਼ੀ ਪੜ੍ਹ ਲਓ, ਫਿਰ ਪੋਥੀ ਦਾ ਆਸਰਾ ਜਾਂ ਮੋਬਾਈਲ ਦਾ ਆਸਰਾ ਨਹੀਂ ਲੈਣਾ ਪੈਂਦਾ। ਜਿੱਥੇ ਕੰਠ ਹੋਵੇਗੀ, ਜਿੱਥੇ ਮਰਜ਼ੀ ਬਹਿ ਕੇ ਪੜ੍ਹ ਲਓ, ਭਾਵੇਂ ਹਲ ਵਾਹੁੰਦਿਆਂ ਪੜ੍ਹੀ ਚਲੋ। ਜੇ ਕੰਠ ਹੋਵੇਗੀ ਤੇ ਪੜ੍ਹੋਗੇ ਨਾ, ਜੇ ਕੰਠ ਨਾ ਹੋਵੇਗੀ ਕਿਵੇਂ ਪੜਾਂਗੇ। ਤੋ ਮਹਾਂਕਵੀ ਜੀ ਇੱਥੇ ਬਚਨ ਕਰਦੇ ਕਿ ਜਿਹੜੇ ਗੁਰਸਿੱਖ ਪੰਜਵੇਂ ਪਾਤਸ਼ਾਹ ਦੇ ਪਾਸ ਆਉਂਦੇ, ਉਹ ਗੁਰਬਾਣੀ ਕੰਠ ਕਰਕੇ ਪੜ੍ਹਦੇ ਸਵੇਰੇ। ਘਟੋ ਘਟ ਹਰ ਇੱਕ ਸਿੱਖ ਨੂੰ ਜਪਜੀ ਸਾਹਿਬ ਦੀ ਬਾਣੀ ਜ਼ਰੂਰ ਕੰਠ ਹੋਵੇ, ਭਾਵੇਂ ਕੋਈ ਅਨਪੜ੍ਹ ਆ ਤੇ ਭਾਵੇਂ ਕੋਈ ਪੜ੍ਹਿਆ ਲਿਖਿਆ। ਪੁਰਾਣੇ ਸਮਿਆਂ 'ਚ ਮੈਂ ਬਹੁਤ ਬਜ਼ੁਰਗਾਂ ਦੇ ਦਰਸ਼ਨ ਕੀਤੇ ਜਿਨ੍ਹਾਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ, ਪਰ ਉਹਨਾਂ ਨੂੰ 5 ਬਾਣੀਆਂ ਕੰਠ ਹੁੰਦੀਆਂ। ਪੁੱਛਿਆ ਕਿਵੇਂ ਕੰਠ ਹੋਈ? ਕਹਿੰਦੇ ਜੀ ਗ੍ਰੰਥੀ ਸਿੰਘ ਕੋਲੋਂ ਸੁਣ ਸੁਣ ਕੇ ਕੰਠ ਹੋ ਗਏ। ਸਿੱਖ ਗੁਰੂ ਕਾ ਹੋਏ ਕਾ ਜਪਜੀ ਕੰਠ ਨਾ ਕੀਨ, ਰਹਿਤ ਨਾਮਿਆਂ ਦੇ ਬਚਨ ਨੇ ਵੀ ਗੁਰੂ ਕਾ ਸਿੱਖ ਹੋ ਕੇ ਜੇ ਜਪਜੀ ਸਾਹਿਬ ਵੀ ਕੰਠ ਨਹੀਂ ਕੀਤਾ ਤਾਂ ਫਿਰ ਉਹ ਸਿੱਖ ਦਾ ਜੀਵਨ ਇਉਂ ਹੈ ਜਿਵੇਂ ਕੋਈ ਚਾਵਲ ਦੇ ਦਾਣੇ ਤੋਂ ਬਿਨਾਂ ਤੁੱਖ ਨਹੀਂ ਹੁੰਦਾ, ਉੱਪਰਲਾ ਛਿਲਕਾ ਉਹ ਕਿਸੇ ਕੰਮ ਦਾ ਨਹੀਂ ਹੁੰਦਾ। ਏਦਾਂ ਕਹਿੰਦੇ ਉਹਦਾ ਜੀਵਨ ਵਿਅਰਥ ਹੈ ਸਿੱਖ ਦਾ। ਤੋ ਜਪਜੀ ਸਾਹਿਬ ਘਟੋ ਘਟ ਕੰਠ ਕਰੇ ਸਿੱਖ। ਜਿਹੜਾ ਜਪਜੀ ਸਾਹਿਬ ਨਾਲ ਜੁੜੇਗਾ ਭਾਈ, ਉਹ ਕਦੇ ਗੁਰਸਿੱਖੀ ਤੋਂ ਨਹੀਂ ਟੁੱਟੇਗਾ। ਆਪਣੇ ਬੱਚਿਆਂ ਨੂੰ ਜਪਜੀ ਸਾਹਿਬ ਦੀ ਬਾਣੀ ਘਟੋ ਘਟ ਕੰਠ ਕਰਾਈਏ। ਤੋ ਬੱਚਿਆਂ ਦੀ ਉਮਰ ਇਹੋ ਜਿਹੀ ਹੁੰਦੀ, ਉਹਨਾਂ ਨੂੰ ਜਿੰਨੀ ਬਾਣੀ ਕੰਠ ਕਰਾਓ ਕਰ ਲੈਂਦੇ। ਬਹੁਤ ਗੁਰਸਿੱਖ ਬੱਚੇ ਜਿਨ੍ਹਾਂ ਨੂੰ ਕਈਆਂ ਨੂੰ 30-30 ਬਾਣੀਆਂ, 40-40 ਬਾਣੀਆਂ, 80-80 ਬਾਣੀਆਂ ਯਾਦ ਨੇ ਜ਼ੁਬਾਨੀ, ਕਿਉਂਕਿ ਉਹ ਯਾਦ ਕਰ ਲੈਂਦੇ, ਉਹਨਾਂ ਦੀ ਸੁਰਤੀ ਤੀਕਸ਼ਣ ਹੁੰਦੀ। ਤੋ ਪ੍ਰੇਰਨਾ ਕਰਨ ਵਾਲੀ ਗੱਲ ਹੈ ਨਾ। ਤੋ ਜਿੰਨੇ ਗੁਰਸਿੱਖ ਨੇ ਉਹ ਪ੍ਰੇਮ ਸਹਿਤ ਗੁਰਬਾਣੀ ਨੂੰ ਕੰਠ ਕਰਦੇ ਹਨ। ਸਤਨਾਮ ਜਸ ਉਜਲ ਚੰਦ, ਨਾਲ ਨਾਲ ਸੱਚੇ ਨਾਮ ਦਾ ਜਾਪ ਜਪਦੇ, ਜਿਹਦਾ ਜਸ ਸੰਸਾਰ ਵਿੱਚ ਉਜਵਲ ਚੰਦ ਵਾਂਗੂ ਪ੍ਰਗਟ ਹੈ। ਇੱਕ ਦਿਨ ਸਤਿਗੁਰ ਚੜ ਕਰ ਖਾਸੇ, ਇੱਕ ਦਿਨ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਪਾਲਕੀ 'ਚ ਸਵਾਰ ਹੋ ਕੇ ਵਹਿਰ ਚਲੇ ਰਾਵੀ ਕੇ ਤੀਰ, ਰਾਵੀ ਦਰਿਆ ਵਾਲੇ ਪਾਸੇ ਨੂੰ, ਜਿੱਥੇ ਡੇਰਾ ਸਾਹਿਬ ਹੈ ਮਹਾਰਾਜ ਜੀ ਦਾ ਸਥਾਨ, ਰਾਵੀ ਦਰਿਆ ਲਾਗੇ ਵਗਦਾ ਲਾਹੌਰ ਸ਼ਹਿਰ ਦੇ। ਤੋ ਪਾਤਸ਼ਾਹ ਜੀ ਇੱਕ ਦਿਨ ਪਾਲਕੀ 'ਚ ਸਵਾਰ ਹੋ ਕੇ ਰਾਵੀ ਦਰਿਆ ਨੂੰ ਚੱਲ ਪਏ। ਨਿੰਦਕ ਚੰਦੂ ਮਿਲਿਓ ਅਗਾਰੀ, ਇਹ ਵੀ ਸਤਿਗੁਰਾਂ ਦੀ ਲੀਲਾ ਆਪਣੀ ਸੀ ਵੀ ਚੰਦੂ ਵੇਖੇ। ਨਿੰਦਕ ਆਪ ਹੀ ਲੀਲਾ ਵਰਤਾ ਰਹੇ ਆ ਸਤਿਗੁਰੂ। ਅੱਗੋਂ ਚੰਦੂ ਜਿਹੜਾ ਦੁਰਾਚਾਰੀ ਗੁਰੂ ਸਾਹਿਬ ਜੀ ਦਾ ਨਿੰਦਕ ਹੈ, ਆਲੋਚਕ ਹੈ। ਦੇਖੀ ਸੰਗ ਨਰਨ ਗਨ ਪੀਰ, ਉਹਨੇ ਵੇਖਿਆ ਵੀ ਕੋਈ ਜਾ ਰਿਹਾ ਸਵਾਰੀ 'ਚ, ਨਾਲ ਬਹੁਤ ਸਾਰੀ ਸੰਗਤ ਹੈ, ਬਹੁਤ ਸਾਰੇ ਨਰਾਂ ਦੀ ਭੀੜ ਹੈ। ਬੂਜਨ ਕਰਿਓ ਕੌਣ ਏ ਗਮਨਤ, ਚੰਦੂ ਨੂੰ ਨਹੀਂ ਸੀ ਪਤਾ ਵੀ ਇਹ ਗੁਰੂ ਜੀ ਦੀ ਸਵਾਰੀ ਹੈ। ਉਹਨੇ ਵੇਖਿਆ ਵੀ ਬੜੀ ਦੁਨੀਆ ਜਾ ਰਹੀ ਹੈ, ਨਾਲ ਪਾਲਕੀ 'ਚ ਕੌਣ ਜਾਂਦਾ।
ਉਹਨੇ ਆਪਣੇ ਨਾਲ ਦਾ ਜਿਹੜਾ ਸਿਪਾਹੀ ਸੀ ਚੰਦੂ ਦਾ ਉਹਨੂੰ ਪੁੱਛਿਆ। ਕਾਮਦਾਰ ਉਮਰਾਵ ਅਮੀਰ। ਕਹਿਣ ਲੱਗਾ ਵੀ ਇਹ ਕੌਣ ਜਾਣਦਾ, ਕੋਈ ਕਾਮਦਾਰ ਹੈ, ਬਾਦਸ਼ਾਹ ਦਾ ਕੋਈ ਕਰਿੰਦਾ ਹੈ, ਜਾਂ ਕੋਈ ਬਾਦਸ਼ਾਹ ਦਾ ਕੋਈ ਮੁਨਸਬ ਹੈ, ਜਾਂ ਕੋਈ ਅਫਸਰ ਹੈ, ਜਾਂ ਕੋਈ ਵਜ਼ੀਰ ਹੈ। ਮਾਨਵ ਸੰਗ ਅਨੇਕ ਚਲੇ ਬੜੀ ਦੁਨੀਆ ਜਾ ਰਹੀ ਹੈ, ਨਾਲ ਇਹ ਬੜਾ ਕੋਈ ਵੱਡਾ ਬੰਦਾ ਲੱਗਦਾ ਜਿਹੜਾ ਜਾਂਦਾ। ਚੰਦੂ ਨੂੰ ਨਹੀਂ ਸੀ ਪਤਾ, ਸਤਿਗੁਰੂ ਜੀ ਨੇ ਕਹਿੰਦਾ ਕੋਈ ਬਹੁਤ ਵੱਡਾ ਬੰਦਾ ਜਾਪਦਾ, ਕੋਈ ਕਰਿੰਦਾ ਜਾਪਦਾ ਹੈ, ਜਾਂ ਕੋਈ ਮਨਸਬ ਕੋਈ ਅਫਸਰ ਜਾਪਦਾ ਹੈ। ਆਗੇ ਪਾਛੇ ਬਹੁਤ ਬਹੀਰ। ਅੱਗੇ ਪਿੱਛੇ ਲੈਣਾ ਹੀ ਲੱਗੀਆਂ ਪਈਆਂ ਲੋਕਾਂ ਦੀਆਂ, ਬੜੀ ਭੀੜ ਆ, ਬੜਾ ਇਕੱਠ ਹੈ ਜਿਹੜਾ ਨਾਲ ਜਾ ਰਿਹਾ ਹੈ। ਪਾਤਸ਼ਾਹ ਕੋ ਹੋਏ ਸਮੀਪੀ। ਕਿਤੇ ਕੋਈ ਬਾਦਸ਼ਾਹ ਦਾ ਨਿਕਟਵਰਤੀ ਹੈ, ਜਾਂ ਕਿਤੇ ਕੋਈ ਬਾਦਸ਼ਾਹ ਦਾ ਸੰਬੰਧੀ ਹੋਵੇ, ਕੋਈ ਰਿਸ਼ਤੇਦਾਰ ਹੋਵੇ, ਕੋਈ ਰਾਜਾ ਬਾਦਸ਼ਾਹ ਹੋਵੇ। ਕਹਿ ਚਾਕਰ ਹੋਏ ਅਲਪ ਵਿਸਾਲ। ਜਾਂ ਕੋਈ ਬਾਦਸ਼ਾਹ ਦਾ ਕੋਈ ਛੋਟਾ ਮੋਟਾ ਨੌਕਰ ਹੈ, ਜਾਂ ਕੋਈ ਵੱਡਾ ਨੌਕਰ ਹੈ, ਇਹ ਪੁੱਛੋ ਜਾ ਕੇ। ਸੋ ਮੁਝ ਨਮੋ ਕਰਤ ਮਿਲ ਗਮਨਤ। ਕਹਿੰਦਾ ਜੇ ਤਾਂ ਹੁੰਦਾ ਨੌਕਰ ਕੋਈ ਛੋਟਾ ਵੱਡਾ ਤੇ ਉਹਨੇ ਮੈਨੂੰ ਵੇਖ ਕੇ ਮੱਥਾ ਟੇਕ ਕੇ ਲੰਘਣਾ ਸੀ ਮੇਰੇ ਕੋਲੋਂ, ਪਰ ਇਹ ਕੋਈ ਬਹੁਤਾ ਵੱਡਾ ਬੰਦਾ ਹੈ ਜਿਹੜਾ ਮੈਨੂੰ ਵੇਖ ਕੇ ਕੋਲੋਂ ਲੰਘ ਗਿਆ ਤੇ ਮੈਨੂੰ ਨਮਸਕਾਰ ਨਹੀਂ ਕੀਤੀ। ਮਾਨੇ ਆਨ ਉਲੰਘ ਤਤਕਾਲ। ਇਹ ਕੋਈ ਨੌਕਰ ਚਾਕਰ ਹੁੰਦਾ ਬਾਦਸ਼ਾਹ ਦਾ, ਉਹਦਾ ਮੇਰੀ ਆਨ ਮੰਨ ਕੇ ਜਾਂਦਾ, ਕਿਉਂਕਿ ਉਹਨੂੰ ਮੇਰੇ ਨਾਲ ਹੀ ਕੰਮ ਪੈਣਾ ਸੀ, ਮੈਂ ਦੀਵਾਨ ਜੋ ਹੋਇਆ। ਇਹ ਕੋਈ ਮੇਰੇ ਤੋਂ ਵੱਡਾ ਬੰਦਾ ਜਾਪਦਾ ਹੈ ਜਿਹੜਾ ਬਾਦਸ਼ਾਹ ਦਾ ਕੋਈ ਨਿਕਟਵਰਤੀ ਹੈ, ਬੜੀ ਦੁਨੀਆ ਇਹਦੇ ਨਾਲ ਜਾ ਰਹੀ ਹੈ, ਜਿਹੜਾ ਮੈਨੂੰ ਨਹੀਂ ਮਿਲ ਕੇ ਗਿਆ। ਸੁਨ ਦੋਰਿਓ ਇੱਕ ਨਰ ਸਿੱਖ ਬੂਝੇ। ਕਹਿੰਦੇ ਪੁੱਛੋ ਤਾਂ ਸਹੀ ਕੌਣ ਹੈ, ਕਿਹਦੀ ਸਵਾਰੀ ਜਾ ਰਹੀ ਹੈ। ਤੇ ਚੰਦੂ ਦਾ ਨੌਕਰ ਭੱਜ ਕੇ ਗਿਆ, ਇੱਕ ਸਿੱਖ ਨੂੰ ਰੋਕ ਕੇ ਪੁੱਛਣ ਲੱਗਾ, ਕੋ ਏ ਜਾਤ ਬ੍ਰਿੰਦ ਨਰ ਨਾਲ। ਇੱਕ ਸਿੱਖ ਨੂੰ ਰੋਕ ਕੇ ਨਾ ਪੁੱਛਣ ਲੱਗਾ ਨੌਕਰ ਚੰਦੂ ਦਾ, ਕਹਿੰਦਾ ਜੀ ਇਹ ਕੌਣ ਜਾ ਰਿਹਾ, ਇਹ ਕਿਹਦੀ ਪਾਲਕੀ ਜਾ ਰਹੀ ਹੈ ਜਿਹਦੇ ਨਾਲ ਇੰਨੀ ਵੱਡੀ ਭੀੜ ਹੈ, ਇਕੱਠ ਹੈ। ਫਿਰ ਓਏ ਕਰਿਓ ਬਤਾਵਨ ਤਿਸਨੇ। ਉਹ ਸਿੱਖ ਖਲੋ ਗਿਆ ਤੇ ਖਲੋ ਕੇ ਚੰਦੂ ਦੇ ਨੌਕਰ ਨੂੰ ਦੱਸਣ ਲੱਗਾ, ਸ਼੍ਰੀ ਅਰਜਨ ਸਤਿਗੁਰੂ ਕਿਰਪਾਲ। ਕਹਿਣ ਲੱਗਾ ਇਹ ਦੇਨ ਦੁਨੀਆ ਦੇ ਮਾਲਕ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸਵਾਰੀ ਜਾ ਰਹੀ ਹੈ। ਆਨ ਬਤਾਇਓ ਚੰਦੂ ਕੋ ਤਿਨ। ਕਹਿੰਦੇ ਜਦੋਂ ਇਹ ਗੱਲ ਨੌਕਰ ਨੇ ਸੁਣੀ, ਉਹਨੇ ਚੰਦੂ ਨੂੰ ਆ ਕੇ ਦੱਸੀ। ਸੁਨਤ ਜਰਿਓ ਮਨ ਮੈਂ ਦੁੱਖ ਪਾਏ। ਜਦੋਂ ਚੰਦੂ ਦੇ ਕੰਨਾਂ ਵਿੱਚ ਨਾਂ ਪਿਆ ਨਾ ਗੁਰੂ ਅਰਜਨ ਦੇਵ ਸਾਹਿਬ ਦੀ ਸਵਾਰੀ ਜਾ ਰਹੀ, ਸੁਣਦਿਆਂ ਜਿਵੇਂ ਖੰਜਰ ਮਾਰ ਦਿੱਤਾ ਹੋਵੇ ਦੇ ਕਲੇਜੇ 'ਚ ਘੋਪ ਕੇ, ਕਿਸੇ ਨੇ ਅਣੀਆਂ ਵਾਲਾ ਤੀਰ ਇਹਦੇ ਕਾਲਜੇ 'ਚ ਖਿੱਚ ਕੇ ਮਾਰ ਦਿੱਤਾ ਹੋਵੇ, ਏਦਾਂ ਦੁਖੀ ਹੋਇਆ ਸੁਣ ਕੇ। ਮਮ ਰਿਪ ਫਿਰੇ ਦਿਖਾਏ ਪ੍ਰਤਾਪ। ਕਹਿੰਦਾ ਹੈ ਮੇਰਾ ਦੁਸ਼ਮਣ ਮੇਰੇ ਨਗਰ ਵਿੱਚ ਆਪਣਾ ਏਡਾ ਵੱਡਾ ਪ੍ਰਤਾਪ ਵਿਖਾਉਂਦਾ ਫਿਰਦਾ। ਮੇਰਾ ਦੁਸ਼ਮਣ ਹੋਵੇ ਤੇ ਮੇਰੇ ਨਗਰ ਲਾਹੌਰ ਸ਼ਹਿਰ ਵਿੱਚ ਉਹ ਆਪਣਾ ਪ੍ਰਤਾਪ ਵਿਖਾ ਕੇ ਫਿਰਦਾ ਹੋਵੇ। ਬਹੁਤੇ ਮਾਨਵ ਸੰਗ ਲਗਾਏ। ਬੜੀ ਦੁਨੀਆ ਨਾਲ ਲਾਈ ਹੋਈ ਹੈ ਇਹਨੇ, ਬੜੀ ਦੁਨੀਆ ਨਾਲ ਇਹਦੇ ਤੁਰੀ ਜਾ ਰਹੀ ਹੈ। ਮੈਂ ਨਿਤ ਚਿੰਤਾ ਕੀ ਬਸ ਦੁਰਬਲ। ਮੈਂ ਰੋਜ਼ ਇਹਨਾਂ ਦੇ ਖਿਲਾਫ ਸੋਚ ਸੋਚ ਕੇ ਚਿੰਤਾ 'ਚ ਦੁਰਬਲ ਹੋਈ ਜਾਨਾ। ਆ ਵੇਖੋ ਮੇਰੇ ਸਰੀਰ ਦੀ ਕੀ ਹਾਲਤ ਹੋ ਗਈ ਹੈ, ਚਿੰਤਾ ਵਿੱਚ ਦੁਬਲਾ ਪਤਲਾ ਹੋ ਗਿਆ। ਇਹ ਨਚਿੰਤ ਵਿਚਰਤ ਰਖਾਏ। ਇਹਨਾਂ ਨੂੰ ਡਰ ਹੀ ਨਹੀਂ ਮੇਰਾ, ਇਹ ਨਿਸ਼ਚਿੰਤ ਹੋ ਕੇ ਮੇਰੇ ਸ਼ਹਿਰ 'ਚ ਹੀ ਆ ਕੇ ਨਿਡਰ ਹੋ ਕੇ ਪਾਲਕੀਆਂ 'ਚ ਬਹਿ ਕੇ ਆਪਣੇ ਚੇਲਿਆਂ ਸਮੇਤ ਸਿੱਖਾਂ ਸਮੇਤ ਫਿਰ ਰਹੇ ਨੇ ਨਿਡਰ ਹੋ ਕੇ। ਤਿਕ ਜੀਵਨ ਮਮ ਬੁੱਧ ਬਲ ਕੋ ਤਿਕ। ਮੇਰੇ ਜੀਵਨ ਤੇ ਤਰਕਾਰ ਜੇ ਮੇਰੇ ਹੁੰਦਿਆਂ ਮੇਰਾ ਦੁਸ਼ਮਣ ਮੇਰੀਆਂ ਅੱਖਾਂ ਦੇ ਸਾਹਮਣੇ ਏਦਾਂ ਫਿਰੇ, ਮੇਰੇ ਬਲ ਤੇ ਤਰਕਾਰ ਹੈ, ਮੇਰੇ ਜੀਵਨ ਤੇ ਤਰਕਾਰ ਹੈ, ਏਦਾਂ ਆਪਣੇ ਆਪ ਨੂੰ ਤਰਕਾਰਾਂ ਪਾਉਂਦਾ ਲਾਹਨਤੀ। ਸਰੇ ਨ ਕੁਛ ਬੋ ਕਰੇ ਉਪਾਏ। ਕਹਿੰਦਾ ਮੈਂ ਇੰਨੇ ਉਪਾਅ ਕੀਤੇ ਇਹਨਾਂ ਨੂੰ ਕਾਬੂ ਕਰਨ ਦੇ, ਪਰ ਮੇਰਾ ਕੋਈ ਉਪਾਅ ਹੁਣ ਤੱਕ ਚੱਲਿਆ ਹੀ ਨਹੀਂ। ਜਿੰਨੇ ਉਪਾਅ ਕੀਤੇ ਸਾਰੇ ਫੇਲ ਹੋ ਗਏ। ਤੁਰਤ ਤੋਰ ਅਸਵਾਰੀ ਗਮਨਿਓ। ਕਹਿੰਦੇ ਚੰਦੂ ਨੇ ਕਾਲੀ ਕਾਲੀ ਆਪਣੀ ਸਵਾਰੀ ਟੋਰੀ, ਕਹਿੰਦਾ ਛੇਤੀ ਚੱਲੋ ਬਾਦਸ਼ਾਹ ਕੋਲ, ਛੇਤੀ ਲੈ ਚੱਲੋ।
ਅਲਕਾਰਿਆਂ ਨੂੰ ਕਿਹਾ ਛੇਤੀ ਟੋਰੋ ਮੇਰੀ ਪਾਲਕੀ ਨੂੰ। ਆਜ ਕਉ ਸੁਧ ਸ਼ਾਹ ਕੇ ਤੀਰ। ਅੱਜ ਜਾ ਕੇ ਬਾਦਸ਼ਾਹ ਨੂੰ ਖਬਰ ਦੇਣਾ ਵੀ ਮੇਰਾ ਦੁਸ਼ਮਣ ਆ ਗਿਆ ਸ਼ਹਿਰ ਵਿੱਚ। ਉਤਰਿਓ ਕਰਤ ਸਲਾਮ ਗਇਓ ਟਿਗ। ਚੰਦੂ ਜਾ ਕੇ ਉਤਰਿਆ ਬਾਦਸ਼ਾਹ ਦੀ ਕਚਹਿਰੀ 'ਚ, ਦੂਰੋਂ ਹੀ ਝੁਕ ਝੁਕ ਕੇ ਸਲਾਮਾਂ ਕਰਦਾ ਜਾਵੇ ਬਾਦਸ਼ਾਹ ਨੂੰ। ਬਾਕੀ ਲੋਕ ਤਾਂ ਥੋੜਾ ਜਿਹਾ ਕੋਲ ਜਾ ਕੇ ਸਲਾਮਾਂ ਕਰਦੇ ਸੀ ਬਾਦਸ਼ਾਹ ਨੂੰ, ਇਹ ਦੂਰੋਂ ਹੀ ਆਵਾਜ਼ ਮਾਰ ਗਿਆ ਬਾਦਸ਼ਾਹ ਸਲਾਮਤ ਜਾਂ ਪਨਾ ਆਲਮ ਪਨਾ ਸਲਾਮ ਕਬੂਲ ਹੋਵੇ। ਦੂਰੋਂ ਹੀ ਸਲਾਮਾਂ ਕਰਦਾ ਜਾਂਦਾ ਲਾਲਚੀ। ਰਿਸ਼ਤੇ ਧਰੇ ਨ ਕਿਮ ਉਰ ਧੀਰ। ਮਨ 'ਚ ਗੁੱਸਾ ਹੈ, ਧੀਰਜ ਕੋਈ ਨਹੀਂ ਅੰਦਰ, ਡਾਵਾਂ ਡੋਲ ਹੈ ਬਹੁਤ, ਕਾਲੀ ਕਾਲੀ ਚੱਲ ਕੇ ਆਉਂਦਾ। ਕੈ ਪ੍ਰਸੰਗ ਕੁਛ ਹਜਰਤ ਕੋ ਤਬ। ਬਾਦਸ਼ਾਹ ਕੋਲ ਜਾ ਕੇ ਇਹਨੇ ਥੋੜੀ ਬਹੁਤੀ ਪਹਿਲਾਂ ਇੱਧਰ ਉੱਧਰ ਦੀਆਂ ਗੱਲਾਂ ਚਲਾਈਆਂ, ਅਸਲੀ ਗੱਲ ਨਹੀਂ ਦੱਸੀ ਵੀ ਕਿਉਂ ਆਇਆ। ਇੱਧਰ ਉੱਧਰ ਦੀਆਂ ਦੋ ਚਾਰ ਗੱਲਾਂ ਕੀਤੀਆਂ। ਨਿਜ ਦਿਸ਼ ਰੁਖ ਫੇਰਿਓ ਨੇ ਪੀਰ। ਜਦੋਂ ਬਾਦਸ਼ਾਹ ਨੇ ਇੱਧਰ ਇਹਦੇ ਵੱਲ ਚੰਗੀ ਤਰ੍ਹਾਂ ਰੁਖ ਨਹੀਂ ਫੇਰਿਆ, ਕਰ ਜੋਰੇ ਉਚਰਤ ਦੁਰਮਤ ਕੋ। ਪੈੜੀ ਤੇ ਖੋਟੀ ਮੱਤ ਦੇ ਨਾਲ ਹੱਥ ਜੋੜ ਕੇ ਬੋਲਿਆ ਅਬ ਆਇਓ ਪੁਰ ਸਿੱਖਨ ਪੀਰ। ਕਹਿਣ ਲੱਗਾ ਬਾਦਸ਼ਾਹ ਸਲਾਮਤ, ਕੀ ਤੁਹਾਨੂੰ ਪਤਾ ਨਹੀਂ ਲੱਗਾ ਸਿੱਖਾਂ ਦਾ ਜਿਹੜਾ ਪੀਰ ਹੈ, ਸਿੱਖਾਂ ਦਾ ਜਿਹੜਾ ਗੁਰੂ ਹੈ, ਉਹ ਲਾਹੌਰ ਸ਼ਹਿਰ ਵਿੱਚ ਆਇਆ ਹੋਇਆ ਹੈ। ਤੁਮ ਟਿਗ ਆਵਨ ਕਰਿਓ ਨਾ ਅਬ ਪੀਰ। ਕਹਿੰਦੇ ਮੈਨੂੰ ਪਤਾ ਲੱਗਾ ਵੀ ਉਹਨਾਂ ਨੂੰ 2-3 ਦਿਨ ਹੋ ਗਏ ਨੇ ਆਇਆਂ ਨੂੰ, ਤੇ ਹਾਲੇ ਤਾਈਂ ਤੁਹਾਡੇ ਤੱਕ ਨਹੀਂ ਉਹਨੇ ਪਹੁੰਚ ਕੀਤੀ। ਤੁਹਾਡੇ ਸ਼ਹਿਰ ਚ ਆ ਕੇ ਵੀ ਤੁਹਾਡੇ ਕੋਲ ਨਹੀਂ ਆਇਆ। ਹਿੰਦੂਆਂ ਤੇ ਪੁਜਵਾਵਤ ਪਾਏ। ਉਹ ਤਾਂ ਇੱਥੇ ਦੇ ਜਿਹੜੇ ਹਿੰਦੂ ਤੇ ਸਿੱਖ ਨੇ ਉਹਨਾਂ ਕੋਲੋਂ ਆਪਣੇ ਚਰਨ ਪੁਜਵਾ ਰਹੇ ਨੇ ਆ ਕੇ। ਨਿਤ ਪ੍ਰਤ ਧਨ ਅਨਗਿਨਤੇ ਆਮਦਨ। ਉਹ ਤਾਂ ਇੱਥੇ ਆ ਕੇ ਵੀ ਕਮਾਈ ਕਰੀ ਜਾਂਦੇ ਆ, ਨਿਤਾ ਪ੍ਰਤੀ ਉਹਨਾਂ ਕੋਲ ਬਹੁਤ ਆਮਦਨ ਹੁੰਦੀ ਹੈ ਪੈਸੇ ਦੀ। ਧਨੀ ਪਇਓ ਉਰ ਗਰਭ ਵਧਾਏ। ਉਹ ਤਾਂ ਬੜੇ ਧਨੀ ਹੋ ਗਏ ਨੇ, ਤੇ ਧਨੀ ਹੋਣ ਦੇ ਨਾਲ ਉਹਨਾਂ ਦੇ ਅੰਦਰ ਹੰਕਾਰ ਆ ਗਿਆ ਬਹੁਤ ਜ਼ਿਆਦਾ। 2 ਲੱਖ ਕੋ ਦੰਡ ਲਖੇ ਕਿਆ। 2 ਲੱਖ ਰੁਪਈਆ ਉਹਨਾਂ ਵਾਸਤੇ ਕੀ ਹੈ, ਉਹਦਾ 20 ਲੱਖ ਵੀ ਦੇ ਦੇਣ। ਤੂੰ ਤਾਂ 2 ਲੱਖ ਰੁਪਈਆ ਦੰਡ ਲਾਇਆ ਉਹਨਾਂ ਨੂੰ, 2 ਲੱਖ ਰੁਪਈਆ ਦਾ ਕੁਝ ਵੀ ਨਹੀਂ ਉਹਨਾਂ ਦੇ ਸਾਹਮਣੇ। ਤਤ ਚਿੰਨ ਲੈ ਦੇ ਹੋਂ ਇਸ ਥਾਈ। ਬਾਦਸ਼ਾਹ ਉਹ ਆ ਗਏ ਨੇ ਲਾਹੌਰ, ਮੈਂ ਤਤ ਛਿਨ ਹੀ ਲੈ ਲੂ ਉਹਨਾਂ ਕੋਲੋਂ 2 ਲੱਖ ਰੁਪਈਆ, ਬਸ ਮੇਰੇ ਹਵਾਲੇ ਕਰ ਦਿਓ ਉਹਨਾਂ ਨੂੰ। ਮੈਂ 2 ਲੱਖ ਰੁਪਈਆ ਲੈ ਕੇ ਤਤ ਛਿਨ ਤੁਹਾਡੇ ਖਜ਼ਾਨੇ 'ਚ ਹਾਜ਼ਰ ਕਰ ਦਿਆਂਗਾ। ਆਪ ਸਿਫਾਰਿਸ਼ ਕਹੋ ਨਾ ਸੁਣੀਏ। ਤੇ ਜੇ ਕੋਈ ਉਹਨਾਂ ਦੀ ਸਿਫਾਰਿਸ਼ ਲੈ ਕੇ ਆਵੇ ਤੁਹਾਡੇ ਕੋਲ, ਤੁਸੀਂ ਨਹੀਂ ਸੁਣਨੀ ਕੋਈ ਸਿਫਾਰਿਸ਼। ਜੇ ਕੋਈ ਕਹੇ ਤੁਸੀਂ ਸੁਣਨੀ ਨਹੀਂ, ਨਾ ਹੀ ਉਹਨਾਂ ਪ੍ਰਤੀ ਕੋਈ ਸਿਫਾਰਿਸ਼ ਕਰਨੀ ਹੈ। ਤੋ ਤਸਕਰ ਰੱਖੇ ਨਾ ਡਰ ਪਾਏ। ਜੇ ਇੱਕ ਵਾਰੀ 2 ਲੱਖ ਰੁਪਏ ਦਾ ਜੁਰਮਾਨਾ ਲਾ ਦਿਆ, ਉਹਨਾਂ ਨੂੰ ਲਾ ਦਿੱਤਾ, ਫਿਰ ਉਹ ਆਪਣੇ ਕੋਲ ਚੋਰ ਨਹੀਂ ਰੱਖਣਗੇ ਡਰਦੇ ਮਾਰੇ, ਉਹ ਤੁਹਾਡਾ ਡਰ ਤੇ ਭੈ ਮੰਨਣਗੇ। ਸੁਖੀ ਬਸੇ ਗੋ ਦੇਸ਼ ਬੌਰ ਸਭ। ਬਾਦਸ਼ਾਹ ਸਲਾਮਤ, ਤੁਹਾਡਾ ਇਹ ਸਾਰਾ ਦੇਸ਼ ਫਿਰ ਸੁਖੀ ਵਸੇਗਾ, ਸਾਰੇ ਦੇਸ਼ ਵਿੱਚ ਸੁਖ ਵਸੇਗਾ ਜਦੋਂ ਚੋਰ ਹੀ ਨਾ ਰਹਿਣਗੇ, ਤੇ ਚੋਰ ਖਤਮ ਹੋ ਜਾਣਗੇ ਤੇ ਦੇਸ਼ ਸੁਖੀ ਵਸੇਗਾ। ਕਰੋ ਬੁਲਾਵਨ ਤੋ ਚੱਲ ਆਏ। ਜੇ ਤੁਸੀਂ ਹੁਣ ਉਹਨਾਂ ਨੂੰ ਬੁਲਾਓਗੇ ਉਹ ਤਾਂ ਹੀ ਆਉਣਗੇ ਨਾ, ਉਹ ਤਾਂ ਆਏ ਬੈਠੇ ਆ 3-4 ਦਿਨਾਂ ਦੇ ਲਾਹੌਰ 'ਚ, ਮੈਂ ਤਾਂ ਅੱਜ ਵੇਖਿਆ ਉਹਨਾਂ ਨੂੰ। ਜੇ ਬਾਦਸ਼ਾਹ ਉਹਨਾਂ ਨੂੰ ਤੂੰ ਬੁਲਾਵਾ ਭੇਜੇਗਾ, ਸੱਦੇਗਾ, ਉਹ ਤਦੇ ਆਵਣਗੇ। ਨਹੀਂ ਤਾਂ ਸਿੱਖਨ ਤੇ ਲੈ ਕਰ ਧਨ ਕੋ। ਨਹੀਂ ਤਾਂ ਉਹ ਆਪਣੇ ਸਿੱਖਾਂ ਕੋਲੋਂ ਧਨ ਲੈ ਕਰਕੇ ਆਪਣੀ ਪੂਰੀ ਪ੍ਰਵੇਸ਼ੇ ਜਾਏ। ਉਹ ਵਾਪਸ ਆਪਣੇ ਸ਼ਹਿਰ ਫਿਰ ਚਲੇ ਜਾਣਗੇ। ਇੱਥੋਂ ਉਹਨਾਂ ਨੇ ਘੁੰਮ ਫਿਰ ਕੇ ਚਲੇ ਜਾਣਾ, ਤੇਰੀ ਨੱਕ ਦੇ ਥੱਲਿਓਂ ਹੋ ਕੇ ਲੰਘ ਜਾਣਾ। ਲਾਹੌਰ ਚੋਂ ਮਾਇਆ ਉਗਰਾ ਕੇ ਸਿੱਖਾਂ ਕੋਲੋਂ ਧਨ ਲੈ ਕੇ ਉਹਨਾਂ ਵਾਪਸ ਚਲੇ ਜਾਣਾ ਜੇ ਤੁਸੀਂ ਨਾ ਬੁਲਾਇਆ। ਨਿਰਭੈ ਹੋਏ ਤੁਮ ਤੇ ਬੋ ਰਾਖਿਓ। ਦੇਖੋ ਕਿੰਨੇ ਨਿਰਭੈ ਨੇ ਉਹ, ਕਿੰਨੇ ਨਿਡਰ ਨੇ, ਜਿਨ੍ਹਾਂ ਨੇ ਤੇਰਾ ਭੈ ਨਹੀਂ ਮੰਨਿਆ ਔਰ ਤੇਰਾ ਭੈ ਨਾ ਮੰਨਦਿਆਂ ਹੋਇਆ। ਸਹਿਜਾਦਾ ਦੇਸ਼ ਜੋ ਨਿਕਸਾਏ। ਜਿਹੜਾ ਸਹਿਜਾਦਾ ਖੁਸਰੋ ਤੁਸੀਂ ਆਪਣੇ ਦੇਸ਼ ਚੋਂ ਨਿਕਾਲਾ ਦੇ ਕੇ ਕੱਢਿਆ, ਉਹਨਾਂ ਨੂੰ ਉਹਨੇ ਆਪਣੇ ਪਾਸ ਰੱਖਿਆ ਨਿਡਰ ਹੋ ਕੇ। ਇਹ ਨਹੀਂ ਵੇਖਿਆ ਵੀ ਬਾਦਸ਼ਾਹ ਦਾ ਕੱਢਿਆ ਹੋਇਆ ਮੈਂ ਨਹੀਂ ਰੱਖਣਾ ਆਪਣੇ ਕੋਲ, ਉਹਨੂੰ ਆਪਣੇ ਕੋਲ ਰੱਖ ਕੇ ਉਹਨੂੰ 2-4 ਦਿਨ ਪ੍ਰਸ਼ਾਦਾ ਛਕਾਇਆ, ਉਹਨੂੰ ਮਾਇਆ ਦੀ ਮਦਦ ਕੀਤੀ। ਪਾਏ ਤਿਦਾਰਕ ਤੋ ਚਿਤ ਸਮਝੇ। ਬਾਦਸ਼ਾਹ ਜੇ ਹੁਣ ਵੀ ਤੁਸੀਂ ਦੰਡ ਨਾ ਲਾਇਆ ਨਾ ਉਹਨਾਂ ਨੂੰ,
ਤੇ ਉਹਨਾਂ ਨੇ ਸਮਝਣਾ ਨਹੀਂ ਹੈ, ਅੱਗੇ ਤੋਂ ਬਾਦ ਨਹੀਂ ਆਉਣਾ। ਜੇ ਹੁਣ ਦੰਡ ਲਾਏਗਾ ਤੇ ਅੱਗੇ ਤੋਂ ਸਮਝ ਜਾਣਗੇ। ਸ਼ਾਹ ਅਵਗਿਆ ਇਮ ਦੁਖਦਾਏ। ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਬਾਦਸ਼ਾਹ ਦੀ ਅਵਗਿਆ ਕਰਨ 'ਚ ਕਿੱਡਾ ਦੁੱਖ ਹੈ। 2 ਲੱਖ ਰੁਪਈਆ ਉਹਨਾਂ ਨੂੰ ਦੇਣਾ ਤਾਂ ਔਖਾ ਨਹੀਂ, ਪਰ ਪੈਸੇ ਕਿਸੇ ਨੂੰ ਜੁਰਮਾਨੇ ਵਜੋਂ ਤਾਂ 2 ਰੁਪਈਏ ਦੇਣੇ ਵੀ ਔਖੇ ਲੱਗਦੇ ਆ। ਤੂੰ 2 ਲੱਖ ਰੁਪਈਆ ਜਦੋਂ ਦੰਡ ਦੇਣਗੇ ਉਹਨਾਂ ਨੂੰ ਤੂੰ ਆਪਣੇ ਕੋਲ ਸੱਦ ਕੇ ਤਾੜਨਾ ਕਰੇਗਾ ਤੇ ਅੱਗੇ ਤੋਂ ਤੁਹਾਡੀ ਅਵਗਿਆ ਨਹੀਂ ਕਰਨਗੇ, ਨਾ ਚੋਰ ਰੱਖਣਗੇ ਆਪਣੇ ਕੋਲ, ਨਾ ਤੁਹਾਡੇ ਬਾਗੀਆਂ ਨੂੰ ਪਨਾਹ ਦੇਣਗੇ। ਇੱਕ ਦੋਏ ਅਪਰ ਸ਼ਾਹ ਕੇ ਨਿਕਟੀ। ਜਦੋਂ ਚੰਦੂ ਨੇ ਗੱਲ ਕਹੀ, ਇਹਨੇ 2-4 ਆਪਣੇ ਹਮਾਇਤੀ ਹੋਰ ਸੀ ਉੱਥੇ ਸਭਾ ਵਿੱਚ ਹੀ ਪੱਕੇ ਕੀਤੇ ਹੋਏ ਵੀ ਜਦੋਂ ਮੈਂ ਗੱਲ ਕਰਾਂ ਤੁਸੀਂ ਹਾਮੀ ਭਰ ਦਿਓ ਨਾਲ ਮੇਰੀ ਗੱਲ 'ਚ ਗੱਲ ਕਰਦੇ ਆ। ਉਹ ਜਿਹੜੇ ਬਾਦਸ਼ਾਹ ਦੇ ਹੋਰ 2-4 ਨਿਕਟਵਰਤੀ ਅਫਸਰ ਸਨ, ਧਨ ਦੇ ਕੀਨੇ ਆਪਨ ਸਹਾਏ। ਚੰਦੂ ਨੇ ਉਹਨਾਂ ਨੂੰ ਰਿਸ਼ਵਤ ਦੇ ਕੇ ਆਪਣੇ ਕਰ ਲਿਆ ਹੋਇਆ ਸੀ। 2-4 ਅਫਸਰ ਹੋਰ ਸੀ ਜਿਹੜੇ ਬਾਦਸ਼ਾਹ ਦੇ ਨਿਕਟਵਰਤੀ ਸੀ, ਜਿਨ੍ਹਾਂ ਦਾ ਬਾਦਸ਼ਾਹ ਕਹਿਣਾ ਨਹੀਂ ਸੀ ਮੋੜਦਾ। ਚੰਦੂ ਨੇ ਉਹਨਾਂ ਨੂੰ ਪੈਸੇ ਦੇ ਕੇ ਆਪਣੇ ਵੱਲ ਕਰ ਲਿਆ ਹੋਇਆ ਸੀ ਵੀ ਜਦੋਂ ਮੈਂ ਗੱਲ ਕਰਾਂ ਬਸ ਤੁਸੀਂ ਮੇਰੀ ਨਾਲ ਹਾਮੀ ਭਰ ਦਿਓ। ਤੋ ਰਿਸ਼ਵਤਖੋਰੀ ਦਾ ਕੋੜ ਤਾਂ ਭਾਰਤ ਖੰਡ ਦੇ ਲੋਕਾਂ ਨੂੰ ਬੜਾ ਪੁਰਾਣਾ ਲੱਗਾ ਹੋਇਆ। ਭਾਵੇਂ ਬਹੁਤ ਲੋਕ ਆਖਣ ਵੀ ਅਸੀਂ ਨਹੀਂ ਇਹਨੂੰ ਦੂਰ ਕਰ ਦਿਆਂਗੇ, ਦੂਰ ਕਰ ਦਿਆਂਗੇ। ਇਹ ਕੋੜ ਇਹੋ ਜਿਹਾ ਵੀ ਹੱਡਾਂ ਤੱਕ ਰਚ ਗਿਆ ਭਾਰਤ ਖੰਡ ਦੇ ਲੋਕਾਂ ਦੇ, ਇਹ ਨਿਕਲਦਾ ਹੀ ਨਹੀਂ ਹੈ। ਉਹਨਾਂ ਵੇਲਿਆਂ ਵਿੱਚ ਵੀ ਸੀ, ਹੁਣ ਵੀ ਚੱਲੀ ਜਾਂਦਾ, ਅੱਗੇ ਵੀ ਚੱਲੀ ਜਾਣਾ। ਇਹ ਤਾਂ ਧਾਰਮਿਕ ਤੌਰ ਤੇ ਜੇ ਕੋਈ ਬੰਦਾ ਆਪਣੇ ਹਿਰਦੇ 'ਚ ਪਰਮੇਸ਼ਰ ਦਾ ਭੈ ਤੇ ਡਰ ਮੰਨੇ, ਖੌਫ ਮੰਨੇ ਵੀ ਰਿਸ਼ਵਤ ਦਾ ਪੈਸਾ, ਜ਼ਹਿਰ ਦਾ ਪੈਸਾ, ਮੈਂ ਆਪਣੇ ਬੱਚਿਆਂ ਨੂੰ ਜ਼ਹਿਰ ਨਹੀਂ ਖਵਾਣਾ, ਫਿਰ ਤਾਂ ਹੋ ਸਕਦਾ ਹੈ ਵੀ ਇਹਦੇ ਤੋਂ ਬੰਦਾ ਤੋਬਾ ਕਰ ਲੇ, ਨਹੀਂ ਤਾਂ ਉਦਾਂ ਕੋਈ ਵਰਤਾਰਾ ਹੀ ਨਹੀਂ ਹੈ ਐਸਾ ਸੰਸਾਰ ਦਾ। ਤੋ ਚੰਦੂ ਨੇ ਰਿਸ਼ਵਤ ਦੇ ਕੇ ਆਪਣੇ ਵੱਲ ਕੀਤੇ ਹੋਏ ਸੀ 2-3 ਅਫਸਰ। ਜਦੋਂ ਚੰਦੂ ਨੇ ਇਹ ਗੱਲ ਕੀਤੀ, ਸੋ ਉਮਰਾਵ ਕੈਨ ਤਬ ਲਾਗੇ। ਉਹ ਜਿਹੜੇ ਅਫਸਰ ਸੀ 2-4 ਉਹ ਵੀ ਹਾਮੀ ਭਰ ਕੇ ਚੰਦੂ ਦੀ ਸਿਫਾਰਿਸ਼ ਕਰਦਿਆਂ ਬੋਲੇ, ਚੰਦੂ ਸ਼ਾਹ ਸੁਮਤ ਅਧਿਕਾਏ। ਕਹਿਣ ਲੱਗਾ ਬਾਦਸ਼ਾਹ ਸਲਾਮਤ, ਚੰਦੂ ਬੜੀ ਸਮਤ ਵਾਲਾ ਬੰਦਾ, ਬੜਾ ਸਿਆਣਾ ਹੈ, ਇਹਦਾ ਬੜਾ ਦੂਰ ਅੰਦੇਸ਼ੀ ਬਿਰਤੀ ਦਾ ਮਾਲਕ ਹੈ। ਦੇਸ਼ ਦੁਖੀ ਦਿਕ ਦੁਖ ਲਖੇ ਉਰ। ਇਹ ਤਾਂ ਦੇਸ਼ ਨੂੰ ਦੁਖੀ ਵੇਖ ਕੇ ਦੁਖੀ ਹੋ ਰਿਹਾ ਵੀ ਦੇਸ਼ ਦੁਖੀ ਹੈ। ਦੇਸ਼ ਕਿਉਂ ਦੁਖੀ ਹੈ? ਕਿਉਂਕਿ ਦੇਸ਼ 'ਚ ਚੋਰ ਬੜੇ ਆ ਇੱਥੇ, ਤੇ ਉਹ ਚੋਰਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਆਪਣੇ ਕੋਲ ਰੱਖਦੇ ਨੇ। ਇਹ ਝੂਠੇ ਦੋਸ਼ ਗੁਰੂ ਸਾਹਿਬ ਤੇ ਲਾ ਰਹੇ, ਕਿਉਂਕਿ ਦੁਸ਼ਮਣ ਬਾਤ ਕਰੇ ਅਣਹੋਈ। ਦੁਸ਼ਮਣ ਉਹ ਹੁੰਦਾ ਜਿਹੜਾ ਅਣਹੋਈ ਗੱਲ ਕਰੇ, ਜਿਹੜੀ ਹੋਵੇ ਨਾ ਤਾਂ ਵੀ ਦੋਸ਼ ਲਾਈ ਜਾਏ, ਤੇ ਝੂਠੇ ਦੋਸ਼ ਲਾ ਰਹੇ ਨੇ ਸਤਿਗੁਰਾਂ ਦੇ ਘਰ ਤੇ। ਕਹਿੰਦੇ ਜੀ ਦੇਸ਼ ਨੂੰ ਦੁਖੀ ਵੇਖ ਕੇ ਚੰਦੂ ਦੁਖੀ ਹੈ। ਬਾਰ-ਬਾਰ ਸੋ ਅਰਜ਼ ਕਰਾਏ। ਤਾਂ ਤੁਹਾਨੂੰ ਬਾਰ-ਬਾਰ ਬੇਨਤੀਆਂ ਕਰਦਾ, ਕੋਈ ਨਿੱਜੀ ਰੰਜਿਸ਼ ਥੋੜੀ ਹੈ ਇਹਦੀ ਗੁਰੂ ਜੀ ਦੇ ਨਾਲ, ਕੋਈ ਨਿੱਜੀ ਦੁਸ਼ਮਣੀ ਥੋੜੀ ਹੈ। ਇਹ ਤਾਂ ਦੇਸ਼ ਦੇ ਭਲੇ ਵਾਸਤੇ, ਜਨ ਕਲਿਆਣ ਲਈ ਤੁਹਾਨੂੰ ਬਾਰ-ਬਾਰ ਬੇਨਤੀਆਂ ਕਰਦਾ ਹੈ। ਆਪ ਹਦੂਰ ਹਕਾਰ ਨਿਹਾਰੋ। ਬਾਦਸ਼ਾਹ ਸਲਾਮਤ, ਤੁਸੀਂ ਕਿਸੇ ਨਾ ਕਿਸੇ ਤਰੀਕੇ ਹੁਣ ਆਏ ਹੋਏ ਨੇ ਗੁਰੂ ਜੀ, ਉਹਨਾਂ ਨੂੰ ਆਪਣੇ ਕੋਲ ਸੱਦ ਕੇ ਤੇ ਬੁਲਾ ਕੇ ਵੇਖੋ ਉਹਨਾਂ ਨੂੰ। ਕਹੋ ਨਾ ਕੁਛ ਮਗ ਪੁੱਛੋ ਖੁਦਾਏ। ਤੁਸੀਂ ਕਹਿਣਾ ਥੋੜੀ ਹੈ ਕੁਝ ਉਹਨਾਂ ਨੂੰ, ਬਸ ਖੁਦਾ ਦਾ ਰਾਹ ਹੀ ਪੁੱਛਣਾ ਉਹਨਾਂ ਨੂੰ। ਤੁਸੀਂ ਆਪਣੇ ਤੌਰ ਤੇ ਆਪ ਨਾ ਸਾਹਮਣੇ ਆਇਓ, ਬਾਕੀ ਸਾਰਾ ਕੰਮ ਚੰਦੂ ਆਪੇ ਕਰਦਾ ਕਰਾਉਂਦਾ ਰਹੇਗਾ। ਤੁਸੀਂ ਬਸ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਤੇ ਖੁਦਾ ਦੇ ਰਸਤੇ ਬਾਰੇ, ਖੁਦਾ ਦੇ ਮਗ ਬਾਰੇ ਪੁੱਛਣਾ। ਦੰਡ ਦੀਵਾਨ ਸੁਲੇ ਨਿਬੇਰੇ। ਰਹੀ ਗੱਲ 2 ਲੱਖ ਰੁਪਏ ਦੰਡ ਦੀ, ਉਹ ਆਪੇ ਦੀਵਾਨ ਜੀ ਜਾਣਨ ਤੇ ਗੁਰੂ ਜੀ ਜਾਣਨ, ਤੁਸੀਂ ਨਹੀਂ ਕਹਿਣਾ ਕੁਝ। ਉਹ ਬਾਦਸ਼ਾਹ ਦੇ ਜਿਹੜੇ ਅਹਿਲਕਾਰ ਸੀ ਉਹਨਾਂ ਨੂੰ ਪਤਾ ਸੀ ਵੀ ਅਸੀਂ ਜਿਹੜਾ ਕੰਮ ਚੰਦੂ ਕੋਲੋਂ ਕਰਾਣਾ ਹੈ, ਸਾਨੂੰ ਕੀ ਲੋੜ ਹੈ, ਅਸੀਂ ਬਾਹਰੋਂ ਮੂੰਹ ਕਹਿੰਦੇ ਫਿਰੀਏ। ਆਪੇ ਚੰਦੂ ਦੇ ਸਿਰ ਤੇ ਘੜਾ ਭੰਨੇਗਾ। ਜੇ ਲੋਕਾਂ ਵਿੱਚ ਗੱਲ ਚੱਲੇਗੀ ਤਾਂ ਇਹੀ ਚੱਲੇਗੀ ਵੀ ਚੰਦੂ ਨੇ ਸ਼ਹੀਦ ਕੀਤਾ। ਸਰਕਾਰੀ ਬਿਰਤੀ ਨੀਤੀ ਸੀ ਉਹਨਾਂ ਦੀ। ਕਹਿਣ ਲੱਗੇ ਜੀ ਪੈਸੇ ਲੈਣ ਦਵਾਉਣ ਵਾਲਾ ਕੰਮ ਚੰਦੂ ਜਾਣੇ ਜਾਂ ਗੁਰੂ ਜੀ ਜਾਣਨ, ਤੁਸੀਂ ਆਪਣੇ ਕੋਲ ਸੱਦ ਕੇ ਗੁਰੂ ਜੀ ਨੂੰ ਉਹਨਾਂ ਕੋਲੋਂ ਖੁਦਾ ਦੇ ਘਰ ਦਾ ਰਾਹ ਪੁੱਛੋ, ਮਾਰਗ ਪੁੱਛੋ। ਆਪ ਦੋਸ਼ ਤੇ ਸੰਕਟ ਜੇ ਤੁਹਾਨੂੰ ਮਨ 'ਚ ਆਉਂਦਾ ਵੀ ਤੁਹਾਡੇ ਤੇ ਕੋਈ ਦੋਸ਼ ਨਾ ਲੱਗੇ,
ਸੁਨ ਤਿਸ ਬਾਕ ਵਿਸਰਜਨ ਕਰੀਏ। ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਉਹਨਾਂ ਨੂੰ ਇੱਕ ਵਾਰੀ ਆਪਣੇ ਕੋਲੋਂ ਵਿਦਾ ਕਰ ਦਿਓ। ਤੁਮੋ ਨ ਲੇਪ ਲਗੇ ਬਿਦ ਏ। ਤੁਹਾਨੂੰ ਨਹੀਂ ਕੋਈ ਦੋਸ਼ ਲੱਗਣ ਲੱਗਾ, ਜਿਹੜੀ ਗੱਲ ਆਏਗੀ ਚੰਦੂ ਦੇ ਸਿਰ ਤੇ ਆਵੇਗੀ। ਚੰਦੂ ਅਰ ਉਮਰਾਵਨ ਰੁਖ ਲਖ। ਚੰਦੂ ਦਾ ਤੇ ਆਪਣੇ ਅਫਸਰਾਂ ਦਾ ਰੁਖ ਬਾਦਸ਼ਾਹ ਜਹਾਂਗੀਰ ਨੇ ਵੇਖਿਆ, ਚੰਗੀ ਤਰ੍ਹਾਂ ਪੜਤਾਲ ਕਰਕੇ ਤੱਕ ਲਿਆ। ਸ਼ਾਹ ਹਿਰਦੇ ਪੀ ਚਾਹ ਕਰੇ। ਬਾਦਸ਼ਾਹ ਵੀ ਹਿਰਦੇ 'ਚ ਚਾਹੁੰਦਾ ਹੈ। ਦਰਸ਼ਨ ਕਰੋ ਉਚਾਰਨ ਸੁਨੋ। ਕਹਿੰਦਾ ਮੈਂ ਕਰਦਾ ਦਰਸ਼ਨ ਉਹਨਾਂ ਦੇ, ਨਾਲੇ ਸੁਣਦਾ ਗੱਲਬਾਤ ਉਹਨਾਂ ਦੀ। ਤੁਝ ਕੇ ਜਹਾਂਗੀਰੀ ਇੱਕ ਕਿਤਾਬ ਹੈ ਜਿਹੜੀ ਬਾਦਸ਼ਾਹ ਨੇ ਆਪਣੀ ਜੀਵਨੀ ਡਾਇਰੀ ਲਿਖੀ ਹੋਈ ਆਪਣੇ ਹੱਥੀਂ। ਉਹਦੇ 'ਚ ਉਹਨੇ ਸਤਿਗੁਰਾਂ ਦੇ ਖਿਲਾਫ ਬਹੁਤ ਕੂੜ ਤੂਫਾਨ ਲਿਖਿਆ, ਪਰ ਇਹਨੇ ਗੱਲ ਉਹ ਪ੍ਰਗਟ ਨਹੀਂ ਸੀ ਕੀਤੀ, ਚੰਦੂ ਨੂੰ ਹੀ ਮੂਹਰੇ ਧਰਿਆ। ਗੁਰ ਪ੍ਰਤਾਪ ਵਿੱਚ ਚੰਦੂ ਦਾ ਹੀ ਮੇਨ ਰੋਲ ਸਾਹਮਣੇ, ਕਿਉਂਕਿ ਚੰਦੂ ਸੁਰਖਰੂ ਥੋੜੀ ਹੈ। ਚੰਦੂ ਭਾਵੇਂ ਉਹਦਾ ਹੱਥ ਠੋਕਾ ਬਣਿਆ, ਪਰ ਚੰਦੂ ਵੀ ਗੁਰੂ ਸਾਹਿਬ ਦਾ ਵਿਰੋਧੀ ਸੀ, ਦੁਸ਼ਮਣ ਸੀ। ਤੋ ਚੰਦੂ ਵੀ ਵਿਰੋਧੀ ਹੈ, ਬਾਦਸ਼ਾਹ ਵੀ ਵਿਰੋਧੀ, ਪਰ ਬਾਦਸ਼ਾਹ ਰਾਜਾ ਸੀ, ਉਹ ਜਗ ਜ਼ਾਹਰ ਨਹੀਂ ਸੀ ਹੋਣਾ ਚਾਹੁੰਦਾ। ਤੋ ਬਾਦਸ਼ਾਹ ਦੇ ਮਨ 'ਚ ਇਹ ਖਿਆਲ ਆਇਆ ਵੀ ਚਲੋ ਬੁਲਾਉਨੇ ਆ ਗੁਰੂ ਸਾਹਿਬ ਨੂੰ, ਮਿਲ ਗਿਲ ਕੇ ਗੱਲਬਾਤ ਕਰਦੇ ਆ, ਪੁੱਛਦੇ ਆ ਵੀ ਕਿੱਦਾਂ ਦੀ ਗੱਲਬਾਤ ਕਰਦੇ ਨੇ। ਨਿੰਦਾ ਸਿਫਤੀ ਬਹੁ ਜਿਸ ਕਰੇ। ਉਹਨਾਂ ਦੀ ਨਿੰਦਾ ਵੀ ਬੜੇ ਲੋਕ ਕਰਦੇ ਆ, ਉਸਤਤ ਵੀ ਬੜੇ ਲੋਕ ਕਰਦੇ ਆ। ਪਤਾ ਕਰੀਏ ਵੀ ਕਿੱਦਾਂ ਦੀ ਗੱਲ, ਕਿੱਦਾਂ ਦੀ ਸ਼ਖਸੀਅਤ ਨੇ ਉਹ। ਨਿੰਦਾ ਕਰਨ ਵਾਲੇ ਨਿੰਦਾ ਵੀ ਚੰਦੂ ਵੀ ਬਹੁਤ ਗੱਲ ਕਰਦਾ ਉਹਨਾਂ ਬਾਬਤ। ਮੁਰਤਜ਼ਾ ਖਾਨ, ਸ਼ੇਖ ਅਹਿਮਦ ਸਰੰਦੀ, ਇਹ ਸਾਰੇ ਉਹਨਾਂ ਦੀ ਨਿੰਦਾ ਕਰਦੇ ਨੇ। ਪਰ ਵਜ਼ੀਰ ਖਾਨ ਵਰਗੇ ਜਿਹੜੇ ਬਾਦਸ਼ਾਹ ਦਾ ਇੱਕ ਅਹਿਲਕਾਰ ਸੀ ਵਜ਼ੀਰ ਖਾਨ, ਇਹ ਉਸਤਤ ਕਰਦਾ ਉਹਨਾਂ ਦੀ। ਵੀ ਉਸਤਤ ਕਰਨ ਵਾਲੇ ਵੀ ਬਹੁਤ ਨੇ। ਹੁਣ ਮੈਂ ਉਹਨਾਂ ਨੂੰ ਸੱਦ ਕੇ ਆਪ ਪੜਤਾਲ ਕਰਦਾ ਕਿ ਉਹਨਾਂ ਦੀ ਨਿੰਦਾ ਹੁੰਦੀ ਉਹ ਸਹੀ ਹੈ ਜਾਂ ਉਸਤਤ ਹੁੰਦੀ ਹੈ ਉਹ ਸਹੀ ਹੈ। ਨਿਕਟ ਵਜ਼ੀਰ ਖਾਂ ਕੋ ਦੇਖਿਓ। ਬਾਦਸ਼ਾਹ ਦੇ ਕੋਲ ਇੱਕ ਵਜ਼ੀਰ ਖਾਨ ਅਹਿਲਕਾਰ ਸੀ। ਇਹ ਵਜ਼ੀਰ ਖਾਨ ਗੁਰੂ ਅਰਜਨ ਦੇਵ ਸਾਹਿਬ ਦਾ ਸੇਵਕ ਸੀ। ਇਹਦਾ ਜਲੋਧਰ ਦਾ ਰੋਗ ਸਤਿਗੁਰਾਂ ਨੇ ਠੀਕ ਕੀਤਾ ਸੀ, ਪਿੱਛੇ ਕਥਾ ਆਪ ਜੀ ਨੇ ਸੁਣੀ। ਤੋ ਵਜ਼ੀਰ ਖਾਨ ਜਿਹੜਾ ਉਹ ਬਾਦਸ਼ਾਹ ਜਹਾਂਗੀਰ ਦੇ ਕੋਲ ਸੀ। ਕਹਿਓ ਤਾਏ ਕੋ ਸਤਿਗੁਰਿਆਨ। ਬਾਦਸ਼ਾਹ ਨੇ ਉਹਦੀ ਡਿਊਟੀ ਲਾਈ ਵੀ ਇਹ ਗੁਰੂ ਘਰ ਦਾ ਸ਼ਰਧਾਲੂ ਹੈ, ਇਹਨੂੰ ਭੇਜਨੇ। ਕਹਿਣ ਲੱਗੇ ਵਜ਼ੀਰ ਖਾਨ ਤੂੰ ਸਤਿਗੁਰੂ ਜੀ ਦੇ ਕੋਲ ਜਾ ਕੇ ਤੇ ਉਹਨਾਂ ਨੂੰ ਬੇਨਤੀ ਕਰਕੇ ਮੇਰੇ ਕੋਲ ਸੱਦ ਕੇ ਲਿਆ। ਸੁਨ ਆਇਸ ਕੋ ਤਤ ਛਿਨ ਗਮਨਿਓ। ਵਜ਼ੀਰ ਖਾਨ ਕਹਿਣ ਲੱਗਾ ਜੀ 7 ਵਜਨ ਬਾਦਸ਼ਾਹ ਸਲਾਮਤ। ਤੋ ਵਜ਼ੀਰ ਖਾਨ ਚੱਲ ਕੇ ਆਗਿਆ ਸੁਣ ਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਆਇਆ। ਜਿਸ ਤਲ ਸ਼੍ਰੀ ਅਰਜਨ ਭਗਵਾਨ। ਜਿੱਥੇ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਬਿਰਾਜਮਾਨ ਸਨ। ਤਰ ਅਕੂਰ ਕੋ ਕਰੇ ਨਿਹੋਰਨ। ਵਜ਼ੀਰ ਖਾਨ ਨੇ ਕੁਝ ਭੇਟਾ ਲਿਆਂਦੀ, ਮਹਾਰਾਜ ਜੀ ਦੇ ਚਰਨਾਂ ਚਰਪਣ ਕੀਤੀ। ਇਹ ਮੁਸਲਮਾਨ ਸੀ ਪਰ ਤਾ ਜ਼ਿੰਦਗੀ 2 ਸੁਖਮਣੀ ਸਾਹਿਬ ਦੇ ਪਾਠ ਰੋਜ਼ ਕਰਦਾ ਸੀ। ਸੁਖਮਣੀ ਸਾਹਿਬ ਦੀ ਬਾਣੀ ਸੁਣਦਿਆਂ ਸੁਣਦਿਆਂ ਇਹਦੀ ਕਲਿਆਣ ਹੋਈ ਸੀ। ਅੱਗੇ ਕਥਾ ਆਵੇਗੀ। 6ਵੇਂ ਪਾਤਸ਼ਾਹ ਦੇ ਨਾਲ ਵੀ ਇਹਨੇ ਬੜਾ ਮਿੱਤਰਾਨਾ ਸੁਭਾਅ, ਗਵਾਲੀਅਰ ਦੇ ਕਿਲੇ ਚੋਂ ਬਾਹਰ ਕੱਢਣ 'ਚ ਵਜ਼ੀਰ ਖਾਨ ਦੀ ਬੜੀ ਅਹਿਮ ਭੂਮਿਕਾ ਰਹੀ ਹੈ। ਤੋ ਇਹ ਗੁਰੂ ਘਰ ਵਾਲੇ ਦਾ ਝੁਕਾਓ ਸੀ। ਇੱਕ ਵਜੀਦਾ ਪਾਪੀ ਸੀ ਸੂਬਾ ਸਰਾਂਦੇ ਦਾ ਨਾਮ ਵਜੀਦ ਖਾਨ ਸੀ। ਇਹ ਵਜ਼ੀਰ ਖਾਨ ਸੀ ਮਹਾਰਾਜ ਜੀ ਦਾ ਸ਼ਰਧਾਲੂ ਸੀ ਪੰਜਵੇਂ ਪਾਤਸ਼ਾਹ ਦਾ। ਤੋ ਨਾ ਭਾਵੇਂ ਦੋਹਾਂ ਦੇ ਮਿਲਦੇ ਜੁਲਦੇ ਆ, ਪਰ ਵੇਖੋ ਕਰਮ ਦੋਨਾਂ ਦਾ ਵੱਖੋ ਵੱਖਰਾ। ਉਹ ਵੀ ਮੁਸਲਮਾਨ ਹੈ, ਇਹ ਵੀ ਮੁਸਲਮਾਨ ਹੈ। ਤੋ ਵਜ਼ੀਰ ਖਾਨ ਆਇਆ ਮਹਾਰਾਜ ਜੀ ਦੇ ਚਰਨਾਂ 'ਚ, ਜਥਾ ਸ਼ਕਤ ਭੇਟਾ ਮਹਾਰਾਜ ਜੀ ਦੇ ਚਰਨਾਂ ਚਰਪਣ ਕਰਕੇ ਨਮਸਕਾਰ ਕੀਤੀ। ਹੱਥ ਜੋੜ ਜੁਗ ਬੰਧਨ ਠਾਨ। ਹੱਥ ਜੋੜ ਕੇ ਦੋਵੇਂ ਬੜੇ ਪ੍ਰੇਮ ਨਾਲ ਮਹਾਰਾਜ ਜੀ ਨੂੰ ਬੰਦਨਾ ਕੀਤੀ। ਤਨ ਤਨ ਤੁਮ ਗਿਰਾ ਤਾਨੇ। ਕਹਿਣ ਲੱਗਾ ਮਹਾਰਾਜ ਜੀ ਤੁਸੀਂ ਧੰਨ ਹੋ, ਧੰਨ ਹੋ, ਤੁਹਾਡੀ ਬਾਣੀ ਧੰਨ ਹੈ, ਜਿਹਨੂੰ ਸੁਣਦਿਆਂ ਕਲੇਸ਼ ਕੱਟੇ ਜਾਂਦੇ। ਕਿਉਂਕਿ ਇਹਦੇ ਨਾਲ ਪ੍ਰੈਕਟੀਕਲ ਹੋਇਆ। ਵਜ਼ੀਰ ਖਾਨ ਕਹਿ ਰਿਹਾ ਤੁਸੀਂ ਧੰਨ ਹੋ, ਤੁਹਾਡੀ ਬਾਣੀ ਧੰਨ ਹੈ। ਸੁਖਮਣੀ, ਇਹਨੂੰ ਨਾ ਜਲੋਧਰ ਦਾ ਰੋਗ ਸੀ ਤੇ ਬੜੇ ਵੈਦ ਹਕੀਮ ਸੱਦੇ ਨੇ ਇਹਦਾ ਰੋਗ ਦੂਰ ਨਾ ਹੋਵੇ। ਪੇਟ 'ਚ ਪਾਣੀ ਭਰ ਜਾਂਦਾ ਸੀ, ਤਕਲੀਫ ਨਾਲ ਰਾਤ ਦਿਨ ਹਾਏ ਹਾਏ ਕਰੀ ਜਾਂਦਾ। ਇੱਕ ਦਿਨ ਅੰਮ੍ਰਿਤ ਵੇਲਿਆ ਸੀ, ਲਾਹੌਰ ਸ਼ਹਿਰ ਵਿੱਚ ਬੈਠਕ 'ਚ ਆਪਣੀ 'ਚ ਪਿਆ ਹੋਇਆ ਤੇ ਗਲੀ 'ਚੋਂ ਕੋਈ ਸਿੱਖ ਲੰਘਿਆ ਅੰਮ੍ਰਿਤ ਵੇਲੇ, ਤੇ ਉਹ ਸਿੱਖ ਉੱਚੀ ਉੱਚੀ ਸੁਖਮਣੀ ਸਾਹਿਬ ਦਾ ਪਾਠ ਕਰਦਾ ਜਾਵੇ।
ਅੰਮ੍ਰਿਤ ਵੇਲੇ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ। ਇਹਦੇ ਕੰਨਾਂ 'ਚ ਸੁਖਮਣੀ ਸਾਹਿਬ ਦੀ ਬਾਣੀ ਦੀ ਆਵਾਜ਼ ਪਈ ਤੇ ਜਿੰਨਾ ਚਿਰ ਬਾਣੀ ਦੀ ਆਵਾਜ਼ ਪਈ ਇਹਦੀ ਦਰਦ ਰੁਕ ਗਈ। ਵਾਹਵਾ 5-7 ਮਿੰਟ ਇਹਦੇ ਕੰਨਾਂ 'ਚ ਆਵਾਜ਼ ਪੈਂਦੀ ਰਹੀ, ਉਹਨਾਂ ਚਿਰ ਦਰਦ ਨਾ ਹੋਇਆ। ਜਦੋਂ ਸਿੱਖ ਲੰਘ ਗਿਆ ਦਰਦ ਫਿਰ ਸ਼ੁਰੂ ਹੋ ਗਈ। ਅਗਲੇ ਦਿਨ ਇਹਨੇ ਸਿੱਖ ਨੂੰ ਸੱਦ ਲਿਆ ਆਪਣੇ ਕੋਲ, ਕਹਿੰਦਾ ਜਿਹੜੀ ਤੂੰ ਇਹ ਕਲਾਮ ਪੜ੍ਹਦਾ ਹੈ ਵੀ ਇਹ ਮੇਰੇ ਕੋਲ ਬਹਿ ਕੇ ਪੜ੍ਹ ਕੇ ਸੁਣਾ। ਘੰਟਾ ਸਵਾ ਘੰਟਾ ਗੁਰਸਿੱਖ ਨੇ ਬਹਿ ਕੇ ਕੋਲ ਸੁਖਮਣੀ ਸਾਹਿਬ ਦਾ ਪਾਠ ਸੁਣਾਇਆ ਤੇ ਸੁਣਦਿਆਂ ਸੁਣਦਿਆਂ ਇਹਦਾ ਦਰਦ ਆਰਾਮ ਹੋ ਗਿਆ, ਇਹਨੂੰ ਸੁੱਖ ਪੈ ਗਿਆ ਸਰੀਰ। ਪਰ ਜਿੰਨਾ ਚਿਰ ਸੁਣਿਆ ਕਰੇ ਉਹਨਾਂ ਚਿਰ ਸੁਖੀ, ਮੁੜ ਕੇ ਫਿਰ ਦਰਦ ਹੋ ਜਾਏ। ਇਹਨੇ ਕੁਝ ਦਿਨਾਂ ਬਾਅਦ ਉਹਨੂੰ ਕਿਹਾ ਵੀ ਮੈਨੂੰ 2 ਪਾਠ ਸੁਣਾ ਦਿਆ ਕਰ। ਸਿੱਖ ਨੇ 2 ਪਾਠ ਸੁਣਾ ਦੇਣੇ, 2-2.5 ਘੰਟੇ ਲਾਣੇ, 3 ਘੰਟੇ ਸਹਿਜੇ ਸਹਿਜੇ ਸੁਣਾਈ ਜਾਣੀ ਬਾਣੀ, ਉਹਨਾਂ ਚਿਰ ਇਹਨੂੰ ਆਰਾਮ ਰਹਿਣਾ। ਇੱਕ ਦਿਨ ਫਿਰ ਇਹਨੇ ਆਖਿਆ ਵੀ ਇਹ ਬਾਣੀ ਜਿੰਨਾ ਚਿਰ ਸੁਣਦਾ ਮੇਰਾ ਦਰਦ ਠੀਕ ਹੋ ਜਾਂਦਾ ਹੈ, ਵੀ ਜਿਨ੍ਹਾਂ ਦੀ ਹੈ ਇਹ ਬਾਣੀ ਉਹ ਕਿੱਡੀ ਕਲਾ ਵਾਲੇ ਮਹਾਂਪੁਰਖ ਹੋਣਗੇ, ਮੈਨੂੰ ਦਰਸ਼ਨ ਹੀ ਕਰਾ ਉਹਨਾਂ ਦੇ। ਸਿੱਖ ਨੇ ਦੱਸਿਆ ਵੀ ਇਸ ਬਾਣੀ ਦੇ ਰਚਨਹਾਰ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ। ਇਹਨੂੰ ਪਾਲਕੀ 'ਚ ਪਾ ਕੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਲਿਆਂਦਾ, ਟੁਰ ਫਿਰ ਨਹੀਂ ਸੀ ਸਕਦਾ, ਤੇ ਚੁੱਕ ਕੇ ਮਹਾਰਾਜ ਜੀ ਕੋਲ ਲਿਆਂਦਾ। 5ਵੇਂ ਪਾਤਸ਼ਾਹ ਸਰੋਵਰ ਦੀ ਸੇਵਾ ਕਰਾ ਰਹੇ ਸੀ, ਅੰਮ੍ਰਿਤਸਰ ਸਰੋਵਰ ਦੀ। ਗੁਰਦੇਵ ਨੇ ਆਖਿਆ ਉਹ ਬਾਬਾ ਬੁੱਢਾ ਜੀ ਆਉਂਦੇ, ਉਹਦੇ ਕੋਲ ਲੈ ਜਾਓ ਇਹਨੂੰ। ਇਹਨੂੰ ਚੱਕ ਕੇ ਬਾਬੇ ਬੁੱਢਾ ਸਾਹਿਬ ਕੋਲ ਲੈ ਕੇ ਗਏ ਤੇ ਬਾਬਾ ਜੀ ਦੇ ਸਿਰ ਤੇ ਮਿੱਟੀ ਦਾ ਟੋਕਰਾ ਸੀ। ਇਹਨਾਂ ਨੇ ਆਖਿਆ ਜੀ, ਮਹਾਰਾਜ ਜੀ ਨੇ ਕਿਹਾ ਵੀ ਬਾਬਾ ਜੀ ਕੋਲ ਲੈ ਜਾਓ, ਇਹਨੂੰ ਜਲੋਦਰ ਦਾ ਰੋਗ ਹੈ। ਬਾਬਾ ਜੀ ਨੇ ਮਿੱਟੀ ਜਿਹੜੀ ਸੀ ਨਾ ਇਹਦੇ ਪੇਟ ਤੇ ਸੁੱਟੀ। ਜਦੋਂ ਸਰੋਵਰ ਦੀ ਮਿੱਟੀ ਪੇਟ ਤੇ ਵੱਜੀ ਇੱਕਦਮ ਇਹਦਾ ਜਲੋਦਰ ਦਾ ਰੋਗ ਰਾਜੀ ਹੋ ਗਿਆ। ਤੂੰ ਮਹਾਰਾਜ ਜੀ ਦੇ ਚਰਨਾਂ 'ਚ ਆਇਆ, 5ਵੇਂ ਪਾਤਸ਼ਾਹ ਦੇ ਕੋਲ ਮੁਰੀਦ ਬਣਿਆ ਸਤਿਗੁਰਾਂ ਦਾ। ਫਿਰ ਜਿੰਨਾ ਚਿਰ ਜੀਵਦਾ ਰਿਹਾ ਸੁਖਮਣੀ ਸਾਹਿਬ ਦੇ 2 ਪਾਠ ਰੋਜ਼ ਕਰਦਾ ਸੀ ਵਜ਼ੀਰ ਖਾਨ। ਇਹੋ ਜੀ ਇਹ ਬਾਣੀ ਦੀ ਕਲਾ ਹੈ। ਹੁਣ ਕਹਿ ਰਿਹਾ ਗੁਰਦੇਵ ਨੂੰ, ਕਹਿੰਦਾ ਜੀ ਤੁਸੀਂ ਧੰਨ ਹੋ ਤੇ ਤੁਹਾਡੀ ਬਾਣੀ ਵੀ ਧੰਨ ਹੈ, ਜਿਹਨੂੰ ਸੁਣਦਿਆਂ ਦੁੱਖ ਕੱਟੇ ਜਾਂਦੇ ਹੈ। ਦੁੱਖ ਰੋਗ ਬਿਨਸੇ ਭੈ ਭਰਮ। ਆਪ ਜੀ ਦੀ ਪਾਵਨ ਬਾਣੀ ਨੂੰ ਸੁਣਦਿਆਂ ਦੁੱਖ ਰੋਗ ਭਰਮ ਇਹ ਸਭ ਬਿਨਸ ਜਾਂਦੇ ਹਨ। ਮਹਾਰਾਜ ਆਪ ਜੀ ਦੀ ਬਾਣੀ ਦੀ ਇਹ ਪਾਰਸ ਕਲਾ ਖੁਦ ਮੇਰੇ ਤੇ ਵਰਤੀ ਹੈ। ਤੁਹਾਡੀ ਬਾਣੀ ਧੰਨ ਹੈ, ਤੁਸੀਂ ਧੰਨ ਹੋ। ਜੈ ਸੁਨ ਦੁਖ ਤੇ ਉਬਰੇ ਪ੍ਰਾਨ। ਜਿਸ ਬਾਣੀ ਨੂੰ ਸੁਣਦਿਆਂ ਮੇਰੇ ਦੁੱਖ ਤੋਂ ਪ੍ਰਾਣ ਉੱਭਰ ਗਏ ਨੇ, ਮੈਂ ਤਕਲੀਫ ਤੋਂ ਬਚ ਗਿਆ ਹਾਂ, ਮੇਰੇ ਰੋਗ ਕੱਟੇ ਗਏ ਹਨ। ਭਇਓ ਜਲੋਦਰ ਅਰਬੋ ਪੀਰਾ। ਮਹਾਰਾਜ ਜੋ ਮੈਨੂੰ ਜਲੋਦਰ ਦਾ ਰੋਗ ਸੀ, ਜਿਸ ਪੀੜਾ ਕਰਕੇ ਮੈਂ ਬਹੁਤ ਜ਼ਿਆਦਾ ਬੇਬਲ ਤੇ ਵਿਆਕੁਲ ਸੀ, ਨਿਸਬਾਸੁਰ ਵਿਆਕੁਲਤਾ ਪਾਏ। ਮਹਾਰਾਜ ਮੈਨੂੰ ਪਤਾ ਮੈਂ ਉਹ ਦਿਨ ਕਿਵੇਂ ਬਤੀਤ ਕੀਤੇ ਨੇ, ਜਦੋਂ ਜਲੋਦਰ ਪਾਣੀ ਰੁਕ ਗਿਆ ਪੇਟ ਵਿੱਚ, ਪੈਰ ਸੁੱਜ ਗਏ, ਪੀੜਾ ਨਾਲ ਮੈਂ ਬੇਬਲ ਸਾਂ, ਸਾਹ ਨਹੀਂ ਸੀ ਆਉਂਦਾ, ਪੇਟ ਆਫਰ ਜਾਂਦਾ ਸੀ। ਮਹਾਰਾਜ ਗਰੀਬ ਨਵਾਜ ਆਪ ਜੀ ਦੀ ਪਾਵਨ ਬਾਣੀ ਸੁਣਦਿਆਂ ਮੇਰਾ ਇਹ ਕਲੇਸ਼ ਕੱਟਿਆ ਗਿਆ। ਮੈਂ ਕਿਵੇਂ ਭੁੱਲ ਸਕਦਾ ਤੁਹਾਡੀ ਅੰਮ੍ਰਿਤ ਬਾਣੀ ਨੂੰ? ਕਿਵੇਂ ਮੈਂ ਆਪ ਜੀ ਦੇ ਕੀਤੇ ਇਸ ਉਪਕਾਰ ਨੂੰ ਭੁੱਲ ਸਕਦਾ ਹਾਂ? ਹਾਏ ਹਾਏ ਕਰ ਪਰਿਓ ਪੁਕਾਰਤ। ਰਾਤ ਦਿਨ ਹਾਏ ਹਾਏ ਕਰਦਾ ਸੀ, ਪੁਕਾਰਾਂ ਕਰਦਾ ਸੀ। ਕਿਸ ਹਕੀਮ ਤੇ ਸ਼ਾਂਤ ਨ ਆਏ। ਕਿਸੇ ਵੈਦ ਕੋਲੋਂ, ਕਿਸੇ ਹਕੀਮ ਨੀਮ ਕੋਲੋਂ ਮੇਰਾ ਕੋਈ ਇਲਾਜ ਨਹੀਂ ਸੀ ਹੋਇਆ, ਕੋਈ ਦਵਾਈ ਕੰਮ ਨਹੀਂ ਸੀ ਕਰਦੀ। ਪਾਠ ਸੁਖਮਨੀ ਤੇ ਸੁਨ ਸੁਖ ਪਾ। ਆਪ ਜੀ ਦੀ ਪਾਵਨ ਅੰਮ੍ਰਿਤ ਬਾਣੀ ਸੁਖਮਣੀ ਸਾਹਿਬ ਨੂੰ ਸੁਣ ਕੇ ਮੈਂ ਸੁਖੀ ਹੋ ਗਿਆ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਇਸ ਪਾਵਨ ਬਾਣੀ ਨੂੰ ਸੁਣਦਿਆਂ ਮੇਰੇ ਦੁੱਖ ਕੱਟੇ ਗਏ। ਮਹਾਰਾਜ ਸੁਖਮਣੀ ਨਾਲ ਮੇਰੇ ਅੰਦਰ ਸੁਖ ਵਰਤ ਗਿਆ। ਵਿਆਦ ਗਈ ਤਤਕਾਲ ਨਸਾਏ। ਤਤਕਾਲ ਮੇਰੀਆਂ ਵਿਆਧੀਆਂ ਚਲੀਆਂ ਗਈਆਂ। ਮੇਰਾ ਰੋਗ, ਵਿਆਧੀ ਕਹਿੰਦੇ ਰੋਗ ਨੂੰ, ਜਿਹੜੀ ਵਿਆਧੀ ਮੈਨੂੰ ਚੰਬੜੀ ਹੋਈ ਸੀ ਸਰੀਰ ਨੂੰ, ਮਹਾਰਾਜ ਉਹ ਚਲੀ ਗਈ। ਚੰਦੂ ਚਾਰੀ ਕਰਤੇ ਆਪ ਕੀ। ਮਹਾਰਾਜ ਹੁਣ ਮੈਂ ਤੁਹਾਡੀ ਸ਼ਰਨ ਆਇਆ ਤੇ ਆਉਣ ਦਾ ਪ੍ਰਯੋਜਨ ਇਹ ਆ ਵੀ ਚੰਦੂ ਤੁਹਾਡੇ ਖਿਲਾਫ ਭੁਗਤ ਰਿਹਾ ਬਾਦਸ਼ਾਹ ਕੋਲ।
ਉਹ ਤੁਹਾਡੀਆਂ ਚੁਗਲੀਆਂ ਕਰਦਾ, ਬਾਦਸ਼ਾਹ ਦੇ ਕੰਨ ਭਰਦਾ। ਬਹੁ ਦਿਨ ਬੀਤੇ ਕਰਤੇ ਉਪਾਏ, ਬੜੇ ਦਿਨ ਬੀਤ ਗਏ ਨੇ ਆਪਣੇ ਇਹੋ ਜਿਹੇ ਉਪਾਅ ਕਰਦਿਆਂ। ਬਾਰ ਬਾਰ ਸੁਨ ਸ਼ਾਹ ਵਿਚਲਗਾ, ਹੁਣ ਆਖਰਕਾਰ ਉਹ ਵੀ ਬਾਦਸ਼ਾਹ ਕਿੰਨੀਆਂ ਕੁ ਸੁਣੇਗਾ। ਸੁਣਦਿਆਂ ਹੁਣ ਬਾਦਸ਼ਾਹ ਵੀ ਵਿਚਲ ਗਿਆ। ਪੁਨ ਉਮਰਾਵ ਸਹਾਏ ਦੀਵਾਨ, ਬਾਦਸ਼ਾਹ ਵੀ ਵਿਟਰ ਗਿਆ। ਉਹਨੇ ਸੱਚ ਮੰਨ ਲਿਆ ਚੰਦੂ ਦੀ ਗੱਲ, ਕਿਉਂਕਿ ਚੰਦੂ ਦੇ ਨਾਲ 2-4 ਉਹਦੇ ਯਾਰ ਹੋਰ ਰਲ ਗਏ ਨੇ ਜਿਹੜੇ ਬਾਦਸ਼ਾਹ ਦੇ ਕੰਨ ਤੁਹਾਡੇ ਖਿਲਾਫ ਭਰਦੇ ਹਨ। ਚਾਹੇ ਕਹਾਵਤ ਭਰਮੀ ਉਪਾਵਤ, ਉਹਨਾਂ ਕੋਲੋਂ ਵੀ ਉਹ ਕਈ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਖਿਲਾਫ ਘਾਉਂਦਾ ਹੈ ਔਰ ਤੁਹਾਡੇ ਪ੍ਰਤੀ ਮਨ ਵਿੱਚ ਬਾਦਸ਼ਾਹ ਦੇ ਭਰਮ ਪੈਦਾ ਕਰ ਰਿਹਾ ਹੈ। ਏਵ ਸੁਨਾਵਤ ਦੁਸ਼ਟ ਮਹਾਨ, ਇਦਾਂ ਦੀਆਂ ਦੁਸ਼ਟਤਾਈ ਦੀਆਂ ਗੱਲਾਂ ਉਹ ਸੁਣਾਉਂਦਾ ਹੈ। ਹਜ਼ਰਤ ਤੋਂ ਵਡਾਈ ਰਾਖਤ, ਪਰ ਬਾਦਸ਼ਾਹ ਫਿਰ ਵੀ ਤੁਹਾਡੀ ਵਡਿਆਈ ਰੱਖਦਾ, ਉਹ ਖੁੱਲੇ ਤੌਰ ਤੇ ਤੁਹਾਡੇ ਖਿਲਾਫ ਕੋਈ ਗੱਲ ਨਹੀਂ ਕਰਦਾ। ਸ਼੍ਰੀ ਨਾਨਕ ਗਾਦੀ ਪਰ ਜਾਨ, ਉਹ ਇਸ ਕਰਕੇ ਵੀ ਸਨਮਾਨ ਤੇ ਭੈ ਰੱਖਦਾ ਵੀ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹੋ। ਕਰੇ ਹਕਾਰਨ ਦਰਸ਼ਨ ਕਾਰਨ, ਤੇ ਹੁਣ ਉਹ ਤੁਹਾਨੂੰ ਆਪਣੇ ਕੋਲ ਸੱਦ ਰਿਹਾ ਹੈ। ਬਾਦਸ਼ਾਹ ਨੇ ਮੈਨੂੰ ਇਹ ਕਹਿ ਕੇ ਭੇਜਿਆ ਵੀ ਗੁਰੂ ਪਾਤਸ਼ਾਹ ਨੂੰ ਬੁਲਾਓ, ਮੈਂ ਉਹਨਾਂ ਦੇ ਦਰਸ਼ਨ ਕਰਨੇ ਹਨ। ਬਾਕ ਸੁਣਨ ਕੀ ਚਿਤ ਰੁਚ ਠਾਨ, ਉਹਦੇ ਮਨ 'ਚ ਤੁਹਾਡੇ ਬਚਨ ਸੁਣਨ ਦੀ ਰੁਚੀ ਹੈ। ਬਾਦਸ਼ਾਹ ਤੁਹਾਡੀ ਗੱਲਬਾਤ ਸੁਣਨਾ ਚਾਹੁੰਦਾ, ਤੁਹਾਡੇ ਬਚਨ ਸੁਣਨਾ ਚਾਹੁੰਦਾ। ਪਟਿਓ ਆਪ ਟਿਗ ਮੈਂ ਚੱਲ ਆਇਓ, ਬਾਦਸ਼ਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਤੇ ਉਹਦਾ ਭੇਜਿਆ ਮੈਂ ਤੁਹਾਡੀ ਸ਼ਰਨ ਆਇਆ ਚੱਲ ਕੇ। ਦਿਓ ਦਰਸ਼ਨ ਕੋ ਬਿਰਦ ਕਿਰਪਾਲ, ਮਹਾਰਾਜ ਆਪ ਜੀ ਚੱਲ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ। ਇਹ ਤੁਹਾਡਾ ਬਿਰਦ ਵੀ ਹੈ ਕਿ ਜਿਹੜਾ ਤੁਹਾਡੀ ਸ਼ਰਨ ਆ ਕੇ ਬੇਨਤੀ ਕਰੇ ਤੁਸੀਂ ਉਹਦੀ ਬੇਨਤੀ ਪ੍ਰਵਾਨ ਕਰਦੇ ਹੋ। ਬਾਦਸ਼ਾਹ ਵੱਲੋਂ ਮੈਂ ਆਇਆ ਬੇਨਤੀ ਕਰਨ, ਬੇਨਤੀ ਪ੍ਰਵਾਨ ਕਰਕੇ ਆਪਣੇ ਬਿਰਦ ਦੀ ਸੰਭਾਲ ਕਰੋ। ਸੁਨ ਸ਼੍ਰੀ ਅਰਜਨ ਬਾਕ ਬਖਾਨੇ, ਜਦੋਂ ਵਜ਼ੀਰ ਖਾਨ ਨੇ ਮਹਾਰਾਜ ਜੀ ਨੂੰ ਆ ਕੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ, ਹਮ ਇਸੇ ਤੇ ਆਏ ਮਗ ਚਾਲ। ਮਹਾਰਾਜ ਜੀ ਕਹਿੰਦੇ ਵਜ਼ੀਰ ਖਾਨ ਇਸੇ ਲਈ ਤਾਂ ਆਏ ਅਸੀਂ ਚੱਲ ਕੇ, ਬਾਦਸ਼ਾਹ ਨੂੰ ਮਿਲਣਾ ਸੀ ਤਦੇ ਆਏ ਆ, ਲਾਹੌਰ ਨਹੀਂ ਤਾਂ ਸਾਡਾ ਤਾਂ ਕੋਈ ਕੰਮ ਨਹੀਂ ਸੀ ਆਉਣ ਦਾ ਇੱਥੇ, ਇਸੇ ਲਈ ਆਏ ਹਾਂ ਚੱਲ ਕੇ। ਕਰਤ ਪ੍ਰਤੀਕਨ ਸਮਾਂ ਸੋ ਪਹੁੰਚਿਓ, ਅਸੀਂ ਉਡੀਕ ਕਰਦੇ ਸੀ, ਉਹ ਸਮਾਂ ਪਹੁੰਚ ਗਿਆ, ਆ ਗਿਆ ਉਹ ਸਮਾਂ ਜਦੋਂ ਜਾ ਕੇ ਅਸੀਂ ਬਾਦਸ਼ਾਹ ਨੂੰ ਮਿਲਣਾ। ਇਮ ਕਹਿ ਭਏ ਤਿਆਰ ਤਿਸ ਨਾਲ, ਤਾਂ ਕਹਿ ਕੇ ਪੰਜਵੇਂ ਪਾਤਸ਼ਾਹ ਜੀ ਨੇ ਉਸੇ ਵੇਲੇ ਤਿਆਰੀ ਕਰ ਲਈ ਨਾਲ ਚੱਲਣ ਦੀ। ਚੜ ਖਾਸੇ ਪਰ ਗਮਨੇ ਸਤਗੁਰ, ਸੱਚੇ ਸਤਿਗੁਰੂ ਗਰੀਬ ਨਵਾਜ ਜੀ ਪਾਲਕੀ 'ਚ ਸਵਾਰ ਹੋਏ ਪੰਜਵੇਂ ਪਾਤਸ਼ਾਹ, ਔਰ ਪਾਲਕੀ 'ਚ ਸਵਾਰ ਹੋ ਕੇ ਵਜ਼ੀਰ ਖਾਨ ਅੱਗੇ ਅੱਗੇ ਬੜੇ ਸਨਿਮਰ ਭਾਵ ਨਾਲ ਪੈਦਲ ਤੁਰਿਆ ਜਾਂਦਾ ਹੈ। ਸਤਿਗੁਰੂ ਜੀ ਪਾਲਕੀ 'ਚ ਬੈਠ ਕੇ ਜਾ ਰਹੇ ਨੇ। ਪੰਜ ਸਿੱਖ ਲੈ ਸੰਗ ਵਿਸਾਲ, 5 ਸਿੱਖ ਵੀ ਸਤਿਗੁਰੂ ਜੀ ਨੇ ਬਾਕੀ ਸੰਗਤ ਨੂੰ ਵਰਜ ਦਿੱਤਾ। ਕੇਵਲ 5 ਸਿੱਖ ਬਾਬਾ ਬਿਧੀ ਚੰਦ ਸਾਹਿਬ, ਭਾਈ ਜੇਠਾ, ਭਾਈ ਪੈੜਾ, ਭਾਈ ਲੰਗਾ ਤੇ ਭਾਈ ਪ੍ਰਾਣਾ ਜੀ, ਇਹਨਾਂ 5 ਸਿੱਖਾਂ ਨੂੰ ਸਤਿਗੁਰੂ ਜੀ ਨੇ ਨਾਲ ਲਿਆ। ਕਰੇ ਹਜ਼ਾਰਾਂ ਬੰਧਨ ਮਗ ਮੈਂ, ਜਿਹੜਾ ਵੀ ਰਸਤੇ 'ਚ ਗੁਰਦੇਵ ਦੀ ਸਵਾਰੀ ਵੇਖਦਾ ਹੈ ਸੀਸ ਝੁਕਾ ਕੇ ਮੱਥਾ ਟੇਕਦੇ। ਲਾਹੌਰ ਦੇ ਬਾਜ਼ਾਰਾਂ 'ਚੋਂ ਗੁਰਦੇਵ ਦੀ ਜਦੋਂ ਸਵਾਰੀ ਲੰਘਦੀ ਸੈਂਕੜੇ ਲੋਕ ਸੀਸ ਝੁਕਾ ਕੇ ਪ੍ਰਣਾਮ ਕਰਦੇ ਹਨ। ਖਰੇ ਹੋਏ ਪਿਖ ਹਿਤ ਸਨਮਾਨ, ਵੇਖਦਾ ਵੀ ਗੁਰਦੇਵ ਦੀ ਸਵਾਰੀ ਆ ਰਹੀ ਹੈ, ਉਹ ਅੱਗੋਂ ਉੱਠ ਕੇ ਖਲੋ ਕੇ ਸਨਮਾਨ ਕਰਦੇ, ਖੜ ਕੇ ਸਨਮਾਨ ਤੇ ਸਤਿਕਾਰ ਕਰਦੇ ਹਨ। ਧੰਨ ਧੰਨ ਗੁਰ ਸੁਜਾਸੇ ਉਚਾਰੇ, ਔਰ ਕਹਿੰਦੇ ਧੰਨ ਹੋ ਸਤਿਗੁਰੂ ਜੀ, ਤੁਸੀਂ ਧੰਨ ਹੋ, ਧੰਨ ਹੋ। ਏਦਾਂ ਕਹਿ ਕੇ ਮਹਾਰਾਜ ਜੀ ਦਾ ਸੁਜਸ ਸਤਿਗੁਰਾਂ ਦੀ ਵਡਿਆਈ ਉਚਾਰਦੇ ਹਨ। ਸੁਨਤ ਚਲਤ ਜਸ ਕੋ ਨਿਜ ਕਾਨ, ਆਪਣੇ ਕੰਨੀ ਆਪਣਾ ਜਸ ਸੁਣਦਿਆਂ ਸੁਣਦਿਆਂ ਮਹਾਰਾਜ ਜੀ ਸਹਿਜੇ ਸਹਿਜੇ ਚੱਲਦੇ ਜਾ ਰਹੇ ਨੇ। ਸੁਧ ਵਜ਼ੀਰ ਖਾਂ ਕਰੀ ਅਗਾਰੀ, ਵਜ਼ੀਰ ਖਾਨ ਨੇ ਅੱਗੇ ਜਾ ਕੇ ਮਹਾਰਾਜ ਜੀ ਦੇ ਆਉਣ ਦੀ ਖਬਰ ਬਾਦਸ਼ਾਹ ਦੇ ਕੋਲ ਕੀਤੀ। ਪਹੁੰਚੇ ਆਏ ਗੁਰੂ ਭਗਵਾਨ, ਬਾਦਸ਼ਾਹ ਕੋਲ ਸੁਧ ਦਿੱਤੀ ਕਿ ਗੁਰੂ ਭਗਵਾਨ ਪੰਜਵੇਂ ਪਾਤਸ਼ਾਹ ਜਗਤ ਗੁਰੂ
ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆ ਰਹੇ ਨੇ। ਊਚਾ ਆਸਨ ਕਹਿ ਕੇ ਡਸਵਾਇਓ। ਵਜ਼ੀਰ ਖਾਨ ਨੇ ਔਰ ਬਾਦਸ਼ਾਹ ਨੂੰ ਪ੍ਰੇਰਣਾ ਕਰਕੇ ਵੀ ਸਤਿਗੁਰਾਂ ਆਉਣਾ, ਉਹਨਾਂ ਨੂੰ ਨੀਵੇਂ ਥਾਂ ਨਹੀਂ ਬਿਠਾਉਣਾ। ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ ਉੱਚਾ ਥਾਂ ਲਾਇਆ ਜਿੱਥੇ ਸਤਿਗੁਰਾਂ ਨੇ ਬੈਠਣਾ। ਜਿੰਨੇ ਵਜ਼ੀਰ ਅਹਿਲਕਾਰ ਬੈਠੇ ਸਭ ਤੋਂ ਉੱਚਾ ਆਸਣ ਸਤਿਗੁਰੂ ਜੀ ਦਾ ਲਵਾਇਆ। ਚੰਦੂ ਦੁਖਿਓ ਦੇਖ ਸਨਮਾਨ। ਚੰਦੂ ਦੇ ਅੰਦਰ ਨਹੀਂ ਵੜ ਕੇ ਕੋਈ ਵੇਖਦਾ ਵੀ ਮੈਂ ਕੁਝ ਹੋਰ ਕਰਨਾ ਚਾਹੁੰਦਾ, ਤੇ ਵਜ਼ੀਰ ਖਾਨ ਉਹਨਾਂ ਦਾ ਸਤਿਕਾਰ ਕਰਾਉਣ ਲਈ ਆਸਣ ਵੀ ਉੱਚਾ ਲਵਾਈ ਜਾਂਦਾ। ਉਹ ਦੁਖੀ ਹੋ ਰਿਹਾ ਚੰਦੂ ਮਲੇਛ। ਇਤਨੇ ਮੈਂ ਗੁਰ ਦਰਸ਼ਨ ਦੀਨਸ। ਇੰਨੇ ਨੂੰ ਆਸਣ ਲੱਗਾ ਹੀ ਸੀ ਸਤਿਗੁਰਾਂ ਦਾ, ਤੇ ਪੰਜਵੇਂ ਪਾਤਸ਼ਾਹ ਜੀ ਬਾਦਸ਼ਾਹ ਦੀ ਕਚਹਿਰੀ ਵਿੱਚ ਆ ਕੇ ਦਰਸ਼ਨ ਦਿੱਤੇ। ਸਾਦਰ ਕਹਿ ਕਰ ਤਾਈ ਬਿਠਾਏ। ਬਾਦਸ਼ਾਹ ਨੇ ਬੜਾ ਸਨਮਾਨ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜੋ ਉੱਚਾ ਆਸਣ ਲਵਾਇਆ ਸੀ ਸਤਿਗੁਰਾਂ ਲਈ, ਚਿੱਟੇ ਰੰਗ ਦੀ ਵਿਛਾਈ ਕੀਤੀ ਹੋਈ, ਉਹਦੇ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਬਿਠਾਇਆ। ਸ਼ਾਹ ਨਮਿਓ ਕੁਸ਼ਲ ਪ੍ਰਸ਼ਨ ਕਰ। ਬਾਦਸ਼ਾਹ ਨੇ ਹੱਥ ਜੋੜ ਕੇ ਸੀਸ ਝੁਕਾਇਆ ਮਹਾਰਾਜ ਜੀ ਦੇ ਸਨਮੁਖ, ਕੁਸ਼ਲ ਪ੍ਰਸੰਨਤਾ ਪੁੱਛੀ। ਹੀਰ ਹੀਰ ਸਭ ਸੀਸ ਨਿਵਾਏ। ਜਿੰਨੇ ਸਭਾ 'ਚ ਬੈਠੇ ਸੀ ਸਭ ਦਾ ਸਿਰ ਝੁਕ ਗਿਆ। ਮਹਾਰਾਜ ਜੀ ਦਾ ਪ੍ਰਤਾਪ ਹੀ ਇੰਨਾ ਸੀ ਗੁਰਦੇਵ ਦਾ। ਜਿਹੜੇ ਮਹਾਰਾਜ ਜੀ ਦੇ ਵਿਰੋਧ 'ਚ ਭੁਗਤਣ ਵਾਲੇ ਸੀ ਨਾ, ਜਿਨ੍ਹਾਂ ਕਦੇ ਦਰਸ਼ਨ ਨਹੀਂ ਸੀ ਕੀਤੇ ਸਤਿਗੁਰਾਂ ਦੇ, ਜਦੋਂ ਸਤਿਗੁਰੂ ਜੀ ਨੂੰ ਬੈਠਿਆਂ ਵੇਖਿਆ ਤੇ ਬਦੋ ਬਦੀ ਉਹਨਾਂ ਸਾਰਿਆਂ ਦੇ ਹੀ ਸਿਰ ਝੁਕ ਗਏ। ਸਤਿ ਸ੍ਰੀ ਅਕਾਲ। ਚੰਦੂ ਵੀ ਯਤਨ ਤਾਂ ਕਰਦਾ ਚਿਹਰਾ ਉੱਤੇ ਕਰਕੇ ਵੇਖਣ ਨੂੰ, ਮਹਾਰਾਜ ਜੀ ਦੇ ਨੇਤਰਾਂ ਵਿੱਚ ਵੇਖਣਾ ਚਾਹੁੰਦਾ, ਪਰ ਉਹਦੀਆਂ ਅੱਖਾਂ ਝੁਕ ਜਾਂਦੀਆਂ। ਮਹਾਰਾਜ ਜੀ ਦਾ ਪ੍ਰਤਾਪ ਹੀ ਇੰਨਾ ਸੀ, ਜਲਾਲ ਹੀ ਇੰਨਾ ਸੀ ਵੀ ਬਦੋ ਬਦੀ ਸਾਰਿਆਂ ਦੇ ਸਿਰ ਝੁਕ ਗਏ। ਪੁਨ ਹਜ਼ਰਤ ਨੇ ਬੂਝਨ ਕੀਨ। ਫਿਰ ਬਾਦਸ਼ਾਹ ਜਹਾਂਗੀਰ ਨੇ ਗੱਲਬਾਤ ਚਲਾਈ ਤੇ ਸਤਿਗੁਰਾਂ ਨੂੰ ਪੁੱਛਣ ਲੱਗਾ। ਹਿੰਦੂ ਤੁਰਕ ਜਿਬਾਦ ਵਧਾਏ। ਕਹਿਣ ਲੱਗਾ ਗੁਰੂ ਜੀ ਹਿੰਦੂਆਂ ਤੇ ਮੁਸਲਮਾਨਾਂ ਦਾ ਆਪਸੀ ਝਗੜਾ ਤੇ ਵਾਦ ਵਿਵਾਦ ਚੱਲਦਾ ਰਹਿੰਦਾ ਹੈ। ਨਿਜ ਨਿਜ ਕੋ ਮਾਨੇ ਹਮ ਦੀਰਗ। ਹਿੰਦੂ ਆਪਣੇ ਆਪ ਨੂੰ ਵੱਡਾ ਮੰਨਦੇ ਆ, ਮੁਸਲਮਾਨ ਆਪਣੇ ਆਪ ਨੂੰ ਵੱਡਾ ਮੰਨਦੇ ਆ। ਕਏ ਪਿਸਤ ਇੱਕ ਦੋਜਕ ਜਾਏ। ਉਹ ਹਿੰਦੂ ਕਹਿੰਦੇ ਆ ਵੀ ਅਸੀਂ ਸਵਰਗ ਜਾਣਾ ਤੇ ਇਹਨਾਂ ਨੇ ਨਰਕਾਂ ਨੂੰ ਜਾਣਾ, ਤੇ ਜਿਹੜੇ ਸਾਡੇ ਮੁਸਲਮਾਨ ਨੇ ਉਹ ਕਹਿੰਦੇ ਅਸੀਂ ਬਹਿਸ਼ਤ ਨੂੰ ਜਾਣਾ, ਇਹਨਾਂ ਨੇ ਦੋਜਕਾਂ ਨੂੰ ਜਾਣਾ। ਏਦਾਂ ਇੱਕ ਦੂਜੇ ਦੇ ਵਿਰੋਧ 'ਚ ਭੁਗਤਦੇ ਨੇ। ਦੋਨੋਂ ਮੈਂ ਕੋ ਸਾਹਿਬ ਜਾਣੇ। ਤੇ ਗੁਰੂ ਜੀ ਇਹ ਦੱਸੋ ਵੀ ਦੋਨਾਂ ਵਿੱਚੋਂ ਸਾਹਿਬ ਦੇ ਘਰ ਕਿਹੜੇ ਪ੍ਰਵਾਨ ਨੇ? ਹਿੰਦੂ ਪ੍ਰਵਾਨ ਨੇ ਕਿ ਮੁਸਲਮਾਨ ਪ੍ਰਵਾਨ ਨੇ? ਕਿਸ ਪਰ ਕਰੁਣਾ ਕਰੇ ਖੁਦਾਏ। ਖੁਦਾ ਕਿਹਦੇ ਤੇ ਕਰੁਣਾ ਕਰਦਾ? ਹਿੰਦੂਆਂ ਤੇ ਕਿਰਪਾ ਕਰਦਾ ਜਾਂ ਮੁਸਲਮਾਨਾਂ ਤੇ ਕਰਦਾ? ਕੌਣ ਸਾਚ ਕਹੇ ਕੂਰ ਕਹੀ ਕੋ। ਕਿਹੜਾ ਸੱਚਾ ਤੇ ਕਿਹੜਾ ਝੂਠਾ ਹੈ? ਇਹ ਸੰਸੈ ਮੇਰੇ ਮਨ ਆਏ। ਇਹ ਸੰਸਾ ਮੇਰੇ ਮਨ ਵਿੱਚ ਆਉਂਦਾ। ਉੱਤਰ ਦਿਓ ਪੀਰ ਤੁਮ ਦੀਰਗ। ਤੁਸੀਂ ਬੜੇ ਵੱਡੇ ਪਿਰਾਨ ਪੀਰੋ, ਮੇਰੀ ਇਸ ਸਵਾਲ ਦਾ ਜਵਾਬ ਦਿਓ। ਜਿਸ ਤੇ ਮਮ ਖਾਤਰ ਹੋਏ ਜਾਏ। ਇਹਦੇ ਨਾਲ ਮੇਰੇ ਮਨ ਦੀ ਤਸੱਲੀ ਹੋ ਜਾਏ। ਸੁਨ ਹਜ਼ਰਤ ਤੇ ਸਤਿਗੁਰੇ ਅਰਜਨ। ਜਦੋਂ ਬਾਦਸ਼ਾਹ ਨੇ ਸਵਾਲ ਕੀਤਾ ਵੀ ਕਿਹੜੇ ਵੱਡੇ ਨੇ, ਇਹ ਸਵਾਲ ਗੁਰੂ ਨਾਨਕ ਸਾਹਿਬ ਕੋਲ ਵੀ ਹੋਇਆ। ਇਹ ਸਵਾਲ ਅੱਜ ਪੰਜਵੇਂ ਪਾਤਸ਼ਾਹ ਦੇ ਸਨਮੁਖ ਵੀ ਆਇਆ। ਤੋ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਪਾਵਨ ਗੁਰਬਾਣੀ ਦਾ ਮਹਾਵਾਕ ਉਚਾਰਨ ਕਰਕੇ ਬਾਦਸ਼ਾਹ ਜਹਾਂਗੀਰ ਨੂੰ ਸੁਣਾ ਰਹੇ ਨੇ, ਉਹ ਸ਼ਬਦ, ਉਹਦੀ ਸ਼ਬਦ ਦੀ ਵਿਚਾਰ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੈ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਏ ਸਦਾ ਬਬੇਕ ਹੈ ਅਪਰੰਪਰ ਹਰ ਹਰੇ ਪੀਓਣ ਹਾਰ हे संतः कै सदा संग ਨਿਧਾਰਾ ਆਧਾਰ हे ठाकुर हो दासरो ਨਿਰਗੁਣ ਗੁਣ ਨਹੀਂ ਕੋਈ नानक दीजै नाम दान ਰਾਖੋਈਐ ਪਰੋਏ आए प्रभ शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਹੋਤੇ ਨਿਆਲ वाहिगुरु नाम जहाज है ਅੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰੇ ਉਤਾਰਨਾਰ वाहिगुरु नाम जहाज है ਅੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰੇ ਉਤਾਰਨਾਰ वाहिगुरु जी का खालसा वाहिगुरु जी की फतेह।